ਦੋਸਤੋ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਸੁਖੀ ਚਹਿਲ ਫਰੋਮ ਦੀ ਖਾਲਸਾ ਟੁਡੇ। ਅੱਜ ਅਸੀਂ ਜਿਸ ਸਬਜੈਕਟ ਦੇ ਉੱਤੇ ਗੱਲ ਕਰ ਰਹੇ ਹੈਗੇ ਹਾਂ, ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦੀ ਗੱਲ ਕਰ ਰਹੇ ਹੈਗੇ ਹਾਂ, ਇਤਿਹਾਸ ਅਤੇ ਹੋਰ ਧਰਮਾਂ ਦੇ ਪ੍ਰਸੰਗ ਦੇ ਵਿੱਚ, ਜਿਹਨੂੰ ਕਿ ਆਪਾਂ ਇੰਗਲਿਸ਼ ਦੇ ਵਿੱਚ ਕਹਿ ਸਕਦੇ ਹਾਂ ਸਿੱਖੀਜ਼ਮ ਇਨ ਦਾ ਕੰਟੈਸਟ ਆਫ ਹਿਸਟਰੀ ਐਂਡ ਦਾ ਅਦਰ ਰਿਲੀਜਨ। ਤੇ ਮੇਰੇ ਨਾਲ ਨਿਊਯਾਰਕ ਤੋਂ ਪੁਨੀਤ ਸਾਨੀ ਜੀ ਜੁੜ ਰਹੇ ਹੈਗੇ ਨੇ। ਪੁਨੀਤ ਸਾਨੀ ਜੀ ਬਾਰੇ ਜਦੋਂ ਵੀ ਮੈਨੂੰ ਕੋਈ ਮੇਜਰ ਸਿੱਖੀਜ਼ਮ ਜਾਂ ਹੋਰ ਕੋਈ ਜੋ ਇੰਪੋਰਟੈਂਟ ਇਸ਼ੂ ਹੁੰਦੇ ਹੈਗੇ ਸੀ, ਉਹਨਾਂ ਦੇ ਬਾਰੇ ਗੱਲਬਾਤ ਕਰਨੀ ਹੁੰਦੀ ਹੈਗੀ ਸੀ, ਮੈਂ ਇਹਨਾਂ ਦੀ ਜ਼ਰੂਰ ਸਲਾਹ ਲੈਂਦਾ ਰਿਹਾ ਔਰ ਅੱਗੇ ਵੀ ਲੈਂਦਾ ਰਹਾਂਗਾ, ਕਿਉਂਕਿ ਇਹਨਾਂ ਦਾ ਜਿਹੜਾ ਵਿਚਾਰ ਹੈਗਾ, ਜੋ ਸੰਦਰਭ ਹੈਗਾ, ਉਹ ਬੜਾ ਡਿਫਰੈਂਟ ਹੈਗਾ। ਇਹਨਾਂ ਦੀ ਜਿਹੜੀ ਪੜ੍ਹਾਈ ਹੈਗੀ ਹੈ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵੀ ਮਾਹਰ ਹੈਗੇ ਨੇ, ਡਾਟਾ ਸਾਇੰਸ ਦੇ ਵੀ ਹੈਗੇ ਨੇ, ਇਕਨੋਮਿਕਸ ਦੇ ਵੀ ਹੈਗੇ ਨੇ, ਹੋਰ ਵੀ ਬੜੇ ਸਬਜੈਕਟਾਂ ਦੇ ਵਿੱਚ ਇਹਨਾਂ ਦੀ ਮਾਹਰਤਾ ਹੈਗੀ ਹੈ। ਜਿਸ ਤਰ੍ਹਾਂ ਮੈਥੋਲੋਜੀ, ਸਾਈਕੋਲੋਜੀ, ਇਕੋਨਮੀ, ਉਹਦੇ ਉੱਤੇ ਵੀ ਇਹਨਾਂ ਦੀ ਬਹੁਤ ਜ਼ਿਆਦਾ ਮੈਂ ਦੇਖਿਆ ਹੈਗਾ, ਬਹੁਤ ਜ਼ਿਆਦਾ ਪਕੜ ਹੈਗੀ ਹੈ। ਪਰ ਇਹਨਾਂ ਦਾ ਜਿਹੜਾ ਲੌਜਿਕ ਹੈਗਾ, ਉਹ ਬੜਾ ਪਰਸਪੈਕਟਿਵ ਜਿਹੜਾ ਹੈਗਾ, ਬੜਾ ਇੰਪੋਰਟੈਂਟ ਹੁੰਦਾ ਹੈਗਾ, ਬੜਾ ਡਿਫਰੈਂਟ ਹੁੰਦਾ ਹੈਗਾ। ਇਹ ਨਹੀਂ ਕਹਿ ਦਿੱਤਾ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਹੈਗੇ ਵੀ ਤੁਸੀਂ ਗੱਲ ਕਹਿ ਦਿੱਤੀ ਉਹ ਮੰਨ ਲਈ। ਤੇ ਚਲੋ ਅੱਜ ਗੱਲ ਕਰਦੇ ਹੈਗੇ ਆ। ਪੁਨੀਤ ਜੀ ਨਮਸਕਾਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੁਖੀ ਜੀ, ਹਾਊ ਆਰ ਯੂ? ਵੈਰੀ ਗੁੱਡ। ਪੁਨੀਤ ਜੀ, ਪਹਿਲੀ ਗੱਲ ਤਾਂ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਹੈਗਾ, ਜਿਸ ਤਰ੍ਹਾਂ ਪਹਿਲਾ ਕੁਐਸਚਨ ਜਿਹੜਾ ਹੈਗਾ ਆਪਣਾ, ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਗੱਲ ਕਰਦੇ ਹੈਗੇ ਆ। ਭਾਰਤ ਦੇ ਵਿੱਚ ਹੋਰ ਵੀ ਬਹੁਤ ਮਹਾਂਪੁਰਸ਼ ਹੋਏ ਹੈਗੇ ਨੇ, ਲੇਕਿਨ ਜਦੋਂ ਉਹਨਾਂ ਦੀ ਤੁਲਨਾ ਕਰਦੇ ਹੈਗੇ ਆ ਆਪਾਂ ਗੁਰੂ ਨਾਨਕ ਦੇਵ ਜੀ ਦੇ ਨਾਲ, ਗੁਰੂ ਨਾਨਕ ਦੇਵ ਜੀ ਦੀ ਕੀ ਵਿਲੱਖਣਤਾ ਹੈਗੀ ਹੈ, ਉਹ ਜੇ ਆਪਾਂ ਬਾਕੀ ਜਿਹੜੇ ਭਾਰਤ ਦੇ ਵਿੱਚ ਉਸ ਟਾਈਮ ਦੇ ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਮਹਾਂਪੁਰਸ਼ ਹੋਏ ਹੈਗੇ ਨੇ ਉਹਨਾਂ ਦੇ ਮੁਕਾਬਲੇ? ਸੁਖੀ ਜੀ, ਥੈਂਕ ਯੂ ਫॉर ਇਨਵਾਈਟਿੰਗ ਮੀ ਟੂ ਯਰ ਸ਼ੋ। ਅਸੀਂ ਜਦ ਕਰਦੇ ਹੈ ਬੇਸਿਕਲੀ ਫਟਾਫਟ ਕਰਦੇ ਗੁਰੂ ਨਾਨਕ ਦੇਵ ਜੀ ਤੇ ਆਏ ਕਿਵੇਂ। ਬੇਸਿਕਲੀ ਜੇ ਰਫ ਕਰੀਏ ਕਿ 500 ਸਾਲ ਹੈ ਸਿੱਖੀ ਦਾ ਇਤਿਹਾਸ, ਰਾਈਟ? 500 ਸਾਲ 200 ਸਾਲ ਗੁਰੂ ਰਹੇ ਹੈ, ਫਰਮ ਗੁਰੂ ਨਾਨਕ ਦੇਵ ਜੀ ਟੂ ਗੁਰੂ ਗੋਬਿੰਦ ਸਿੰਘ ਜੀ, ਰਾਈਟ? ਤੇ ਜਿਹੜੇ 200 ਸਾਲ ਹੈ, that is more or less also Mughal rule from Babur to Aurangzeb, right? ਤੇ ਗੁਰੂ ਨਾਨਕ ਦੇਵ ਜੀ ਤੋਂ ਅਸੀਂ ਸੋਚਦੇ ਹਾਂ ਕਿ ਮੁਗਲ ਹੈ, ਬਟ ਮੁਗਲਾਂ ਤੋਂ ਪਹਿਲੇ ਵੀ 500 ਸਾਲ ਇੱਥੇ ਮੁਸਲਮਾਨਾਂ ਦਾ ਮਤਲਬ ਉਹਨਾਂ ਨੇ ਕਬਜ਼ਾ ਕੀਤਾ। ਇਟ ਸਟਾਰਟਡ ਫਰੋਮ 1000 ਫਰੋਮ ਮਹਿਮੂਦ ਆਫ ਗਜ਼ਨਵੀ, ਤੇ 500 ਸਾਲ ਉਹ ਚੱਲਦਾ ਰਿਹਾ, ਰਾਈਟ? ਐਨੀਵੇਜ਼, ਤੇ ਅਸੀਂ ਗੁਰੂ ਨਾਨਕ ਤੇ ਆਉਂਦੇ, ਤੇ ਗੁਰੂ ਨਾਨਕ ਜੀ ਵੈਰੀ ਫੈਸੀਨੇਟਿੰਗ ਹੈ, ਕਿਉਂਕਿ ਇਸ ਦੇਖੋ ਜਿਹੜੀ ਸਾਡਾ ਛਿਤਿਜ ਹੈ ਭਾਰਤ ਦਾ, ਇੱਥੇ ਬਹੁਤ ਵੱਡੇ ਸੰਤ ਹੋਏ, ਬਟ ਗੁਰੂ ਨਾਨਕ ਦੇਵ ਜੀ ਨੇ ਕਈ ਚੀਜ਼ਾਂ ਕੀਤੀਆਂ ਉਹ ਬਿਲਕੁਲ ਅਲੱਗ ਹੈ। ਫਸਟ ਜਿਵੇਂ ਹੈ ਕਿ ਬੁੱਧ ਮਤ ਹੋ ਗਿਆ ਜਾਂ ਜੈਨ ਮਤ ਹੋ ਗਿਆ, ਰਾਈਟ? ਤੇ ਉਹਨਾਂ ਨੇ ਹੈ ਕਿ ਜਿਵੇਂ ਉਹਨਾਂ ਨੇ ਮਨਾ ਕਰਤਾ ਕਿ ਵੇਦ ਦੀ ਕੋਈ ਅਥਾਰਟੀ ਨਹੀਂ। ਫਿਰ ਜਿਵੇਂ ਚਾਰੂਵਾਕ ਹੋ ਗਿਆ, ਮਤਲਬ ਜਿਨ੍ਹਾਂ ਦੇ ਬ੍ਰਹਸਪਤੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਅਥਾਰਟੀ ਹੈ, ਇਹਨਾਂ ਨੇ ਕਿਹਾ ਜਿਹੜਾ ਵੇਦ ਹੈ ਇਹ ਬਹੁਤ ਗਲਤੀ ਜਗ੍ਹਾ ਹੈ, ਮਤਲਬ ਇੱਥੇ ਤੇ ਬਿਲਕੁਲ ਹੀ ਨਾ ਜਾਓ। ਉਹਨਾਂ ਨੇ ਮਤਲਬ ਜਿਹੜਾ ਕੋਈ ਪਿੰਡੂ ਬੰਦਾ ਗਾਲਾਂ ਵੀ ਕੱਢਦਾ ਹੈ, ਉਹਨਾਂ ਨੇ ਆਰਗੂਮੈਂਟ ਨਾਲ ਕੀਤਾ, ਬਟ ਉਹਨਾਂ ਦੀ ਵੇਦਾਂ ਦੇ ਡਿਨਾਈ ਨਹੀਂ ਕੀਤਾ, ਪਛਣਾ ਕੀਤੀ ਜੀ। ਗੁਰੂ ਨਾਨਕ ਦੇਵ ਜੀ ਹੈ, ਉਹ ਕਿਸੇ ਦੀ ਕਿਹਨੂੰ ਮਾੜਾ ਵੀ ਨਹੀਂ ਕਹਿੰਦੇ, ਹੀ ਇਜ਼ ਬੇਸਿਕਲੀ ਉਹ ਕਹਿੰਦੇ, ਬਟ ਉਹਨਾਂ ਨੇ ਇੰਟੀਗ੍ਰੇਟ ਕੀਤਾ, ਕਿਉਂਕਿ ਜਿਹੜੇ ਸਾਰੇ ਮਤ ਨੇ, ਫਸਟ ਆਫ ਆਲ ਦੇਖੋ ਜਿਹੜਾ ਇਸਲਾਮ ਆਇਆ ਇੰਡੀਆ 'ਚ, ਉਹ ਇਟ ਬੇਸਿਕਲੀ ਮੇਡ ਥਿੰਗਸ ਵੈਰੀ ਕੰਪਲੀਕੇਟਡ, ਕਿਉਂਕਿ ਜਿਹੜੇ ਫਾਊਂਡੇਸ਼ਨਲ ਹੈ ਉਹ ਡਿਫਰੈਂਸਿਸ ਹੈ। ਕਿਉਂਕਿ ਜਿਹੜਾ ਇੰਡੀਆ ਦੇ ਧਰਮ ਨੇ ਉਹ ਸਾਰੇ ਕਰਮ ਦੇ ਸਿਧਾਂਤ ਨੂੰ ਮੰਨਦੇ ਨੇ, ਉਹ ਸਾਰੇ ਪੁਨਮ ਜਨਰ ਦੇ ਸਿਧਾਂਤ ਨੂੰ ਮੰਨਦੇ ਨੇ, ਤੇ ਜਿਹੜਾ ਇਸਲਾਮ ਹੈ ਉਹ ਇਸ ਚੀਜ਼ ਨੂੰ ਮੰਨਦਾ ਨਹੀਂ, ਰਾਈਟ? ਸੋ ਗੁਰੂ ਨਾਨਕ ਦੇਵ ਜੀ ਬੇਸਿਕਲੀ ਟਰਾਈ ਟੂ ਇੰਟੀਗ੍ਰੇਟ, ਸੋ ਦੈਟ ਇਜ਼ ਐਕਚੁਅਲੀ ਦ ਫਰਸਟ ਸੰਤ who basically integrates, which is actually a very hard thing. ਤੇ ਬਾਕੀ ਜਿਹੜੇ ਹੈ ਬੁੱਧ ਹੈ ਇਹਨਾਂ ਨੇ ਕੀਤਾ, but like to integrate something that already existed, so he is basically in that sense. Second, ਜਿਹੜੇ ਵੀ ਤੁਸੀਂ ਜੇ ਨਾਥ ਪਰੰਪਰਾ ਲੈ ਲਓ ਕਿ ਜਾਂ ਸ਼ੰਕਰਾਚਾਰਿਆ ਦੀ ਪਰੰਪਰਾ ਲੈ ਲਓ, ਉਹਨਾਂ ਨੇ ਸਾਰਿਆਂ ਨੇ ਬੇਸਿਕਲੀ ਕਿਹਾ ਕਿ ਸੰਨਿਆਸ ਲੈ ਲਓ, ਤੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਹੈ ਉਹਨਾਂ ਨੇ ਗ੍ਰਸਥ ਸੰਨਿਆਸ ਕਿਹਾ। ਬੇਸਿਕਲੀ ਜਿਹੜਾ ਉਹਨਾਂ ਦੇ ਪੁੱਤਰ ਸਨ ਸ਼੍ਰੀ ਚੰਦ ਜੀ, ਉਹਨਾਂ ਨੇ ਬੇਸਿਕਲੀ ਜਿਹੜਾ ਨਾਰਮਲ ਯੋਗੀ ਹੁੰਦਾ ਜਾਂ ਨਾਰਮਲ ਸੰਨਿਆਸੀ ਹੁੰਦਾ ਉਹ ਕੀਤਾ, ਐਂਡ ਹੀ ਐਕਚੁਅਲੀ ਲਿਵਡ ਫॉर ਲੌਂਗੈਸਟ ਈਅਰ, 130 ਸਾਲ ਤੋਂ ਜ਼ਿਆਦਾ ਦੀ ਉਮਰ ਹੈ। ਐਂਡ ਵੀ ਨੋ ਦਿਸ ਇਜ਼ ਨਾਟ ਬੇਸਿਕਲੀ ਲਾਈਕ ਇਨਵੈਂਟਡ ਸਟੋਰੀ, ਵੀ ਨੋ ਦਿਸ ਇਜ਼ ਅ ਫੈਕਟ, ਕਿਉਂਕਿ ਸਾਡੇ ਕੋਲ ਬਾਕੀ ਗੁਰੂਆਂ ਦੇ ਜਨਮ ਡੇਟ ਨੇ ਤੇ ਉਹ ਇੰਟਰੈਕਟ ਕਰ ਰਹੇ ਨੇ ਕਿ ਉਹ ਆਪਣੇ ਬੱਚੇ ਉਹਨਾਂ ਨੂੰ ਦੇ ਰਹੇ ਆ। ਸਭ ਤੋਂ ਆਈ ਥਿੰਕ ਉਹਨਾਂ ਨੇ
ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਜਿਹੜਾ ਸਭ ਤੋਂ ਵੱਡਾ ਪੁੱਤਰ ਸੀ ਭਾਈ ਗੁਰਦਿੱਤਾ, ਉਹ ਉਹਨਾਂ ਨੂੰ ਦਿੱਤਾ, ਇਹਨਾਂ ਤੇ ਉਹਨਾਂ ਦਾ ਸਤਿਕਾਰ ਕੀਤਾ। ਬਟ ਜਿਹੜਾ ਸਿੱਖ ਧਰਮ ਵਿੱਚ ਹੈ ਕਿ ਤੁਹਾਨੂੰ ਗ੍ਰਸਥ ਜੀਵਨ ਜੀਣਾ ਹੀ ਪਏਗਾ, ਸੋ ਤੁਸੀਂ ਭੱਜ ਕੇ ਨਹੀਂ ਜਾਣਾ, ਮਤਲਬ ਤੁਸੀਂ ਪ੍ਰਕਿਰਤੀ ਦਾ ਵੀ ਕਰਨਾ ਹੈ ਤੇ ਸੰਸਕ੍ਰਿਤੀ ਦਾ ਵੀ ਕਰਨਾ ਹੈ। ਬੇਸਿਕਲੀ देयर आर टू concept, nature that is prakriti and the second is culture, ਸੰਸਕ੍ਰਿਤੀ। ਤੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕਿ ਗ੍ਰਸਥ ਸੰਨਿਆਸ ਬੇਸਿਕਲੀ ਤੁਸੀਂ ਜੋੜ ਕੇ ਰੱਖੋ ਤੇ ਤੁਸੀਂ ਸੰਸਕ੍ਰਿਤੀ ਵੀ ਕਰਨੀ ਹੈ। ਤੇ ਬੇਸਿਕਲੀ ਇਫ ਯੂ ਲੁੱਕ ਦ ਮੋਸਟ ਪੋਇਟਿਕ ਥਿੰਗ ਜਿਹੜਾ ਉਹਨਾਂ ਨੇ 12 ਮਾਹ ਲਿਖਿਆ, ਸੋ ਇਟਸ ਬੇਸਿਕਲੀ ਆਲਸੋ ਵੈਰੀ ਕਨੈਕਟਡ ਟੂ ਨੇਚਰ। ਉਹ ਇਹ ਨਹੀਂ ਕਹਿੰਦੇ ਕਿ ਮਤਲਬ ਜ਼ਿੰਦਗੀ ਤੋਂ ਉਦਾਸ ਹੋ ਗਏ, ਚਾਹੇ ਉਹਨਾਂ ਦੇ ਟਰੈਵਲਸ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਬਟ ਹੀ ਇਜ਼ ਵੈਰੀ ਸੈਂਸਿਟਿਵ। ਜਿਵੇਂ ਕਹਿੰਦੇ ਆਪਣਾ ਉਹ ਆਇਆ ਬਾਬਰ ਵੀ ਆਇਆ ਤੇ ਹੀ ਰਾਈਟਸ ਇਨ ਅ ਵੈਰੀ ਪੋਇਟਿਕ ਵੇ ਕਿ ਉਹਨਾਂ ਨੂੰ ਕਿੰਨੀ ਹਰਟ ਹੋਈ ਹੈ ਕਿ ਮਤਲਬ ਇੱਥੇ ਜਿਹੜਾ ਕਤਲੇਆਮ ਹੋਇਆ। ਸੋ ਹੀ ਇਜ਼ ਐਕਚੁਅਲੀ ਅ ਵੈਰੀ ਸੈਂਸਿਟਿਵ ਸੋਲ ਕਨੈਕਟਡ ਵਿਦ ਨੇਚਰ। ਜਿਹੜਾ ਹੋਰ ਉਹਨਾਂ ਦਾ ਐਕਚੁਅਲੀ ਵੈਰੀ ਇੰਟਰਸਟਿੰਗ ਥਿੰਗ ਹੈ ਕਿ ਜਿਵੇਂ ਬਿਹਾਰ ਹੈ, ਬਿਹਾਰ ਦਾ ਵਰਡ ਕਿਵੇਂ ਹੈ ਕਿ ਜਿੱਥੇ ਬੁੱਧ ਨੇ ਟਰੈਵਲ ਕੀਤਾ, ਜਿੱਥੇ ਜਿੱਥੇ ਬੁੱਧ ਦੇ ਕਦਮ ਗਏ ਨੇ, ਦੈਟ ਇਜ਼ ਬੇਸਿਕਲੀ ਮੋਰ ਲੈਸ ਮਾਡਰਨ ਬਿਹਾਰ। ਬਿਹਾਰ ਮੀਨਸ ਬਿਹਾਰ, ਜਿਹੜਾ ਬੁੱਧ ਵਿਹਾਰ ਹੁੰਦਾ। ਤੇ ਜਿਹੜਾ ਮਹਾਵੀਰ ਨੇ, ਹੀ ਇਜ਼ ਆਲਸੋ ਬੇਸਿਕਲੀ ਸਮਕਾਲਿਕ ਨੇ, ਹੀ ਇਜ਼ ਦ ਸੇਮ ਟਾਈਮ ਐਜ਼ ਭਗਵਾਨ ਬੁੱਧ। ਤੇ ਇਹ ਇੱਕ ਹਿੱਸੇ ਚ ਰਹੇ ਨੇ। ਬਟ ਜਿਹੜੇ ਗੁਰੂ ਨਾਨਕ ਨੇ, ਹੀ ਬੇਸਿਕਲੀ ਵੈਂਟ ਇਨ ਆਲ ਡਾਇਰੈਕਸ਼ਨ। ਉਹ ਸਾਊਥ ਤੱਕ ਗਏ ਨੇ, ਸੀਲੋਨ, ਫਿਰ ਉਹ ਈਸਟ ਤੱਕ ਗਏ ਨੇ, ਫਿਰ ਉਹ ਜਿਵੇਂ ਮਤਲਬ ਇੱਕ ਈਸਟ ਪੈਂਦਾ ਬਟ ਨਾਰਥ, ਜਿਵੇਂ ਤਿੱਬਤ ਤੱਕ ਗਏ ਨੇ, ਫਿਰ ਉਹ ਬੇਸਿਕਲੀ ਗਏ ਨੇ ਆਪਣਾ ਅਰਬ ਤੱਕ। ਤਾਂ ਇਨ ਅ ਵੇ ਉਹ ਟਰੈਵਲ ਕੀਤਾ ਉਹਨਾਂ ਨੇ ਪੂਰਾ ਵਰਲਡ ਨੂੰ। ਤੇ ਇੱਕ ਟਰੈਵਲ ਦਾ ਬੇਸਿਕਲੀ ਬਿਲਕੁਲ ਅਲੱਗ ਹੁੰਦਾ ਹੈ ਕਿ ਮਤਲਬ ਹੀ ਇਜ਼ ਵੈਰੀ ਕਿਸੇ ਨੂੰ ਵੀ ਇੰਗੇਜ ਕਰਦੇ ਆ, ਜਿੱਥੇ ਤੱਕ ਮੈਂ ਸਮਝਿਆ ਉਹਨਾਂ ਦਾ। ਇਟ ਇਜ਼ ਐਕਚੁਅਲੀ ਵੈਰੀ ਥਿੰਗ, ਕਿਉਂਕਿ ਅਸੀਂ ਬਾਅਦ ਜਾਵਾਂਗੇ, ਸਿੱਖ ਇਤਿਹਾਸ ਐਕਚੁਅਲੀ ਵੈਰੀ ਪੋਲਿਟਿਸਾਈਜ਼ਡ। ਬਟ ਜਿਹੜੀ ਉਹਨਾਂ ਦੀ ਇੰਟਰੈਕਸ਼ਨ ਹੈ, ਜਿਹੜਾ ਮੈਂ ਉਹਨਾਂ ਦਾ ਸਿਧਾਂਤ ਸਮਝਿਆ, ਉਹ ਉਹਨਾਂ ਨੇ ਜਿਹੜੇ ਆਪਣੇ ਜਿਵੇਂ ਆਪਣਾ ਕੀ ਕਹਿੰਦੇ ਯੱਗੋ ਪਵਿੱਤ ਕਰਨ ਤੋਂ ਮਨਾ ਕਰਤਾ, ਤੇ ਉਹਨਾਂ ਦਾ ਦੂਜਿਆਂ ਨੂੰ ਵੀ ਹੈ, ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਆਪਣਾ ਧਰਮ ਛੱਡ ਦਿਓ। ਹੀ ਬੇਸਿਕਲੀ ਸੈਡ ਕਿ ਅਸੀਂ ਸਾਰੇ ਇੱਕ ਦੂਜੇ ਕੋਲ ਸਿੱਖ ਸਕਦੇ ਹਾਂ, ਕਿ ਜਿਹੜਾ ਬੰਦਾ ਵੀ ਟਰੈਵਲ ਕਰਦਾ ਉਹਨੂੰ ਪਤਾ ਲੱਗਦਾ ਕਿ ਅੱਛਾ ਅਮਰੀਕਾ ਦੇ ਲੋਕ ਇਸ ਤਰ੍ਹਾਂ ਹੁੰਦੇ ਹੈ, ਕਿ ਯੂਰਪ ਦੇ ਇਸ ਤਰ੍ਹਾਂ ਦੇ ਹੁੰਦੇ ਹੈ, ਕਿ ਜਾਪਾਨੀ, ਤੇ ਸਾਰਾ ਕੋਈ ਦੇ ਆਰ ਆਲ ਵੈਰੀ ਸਪੈਸ਼ਲ ਐਂਡ ਦੇ ਹੈਵ ਆਲ ਕੰਟਰੀਬਿਊਸ਼ਨ ਟੂ ਮੇਕ। ਸੋ ਜਿਹੜਾ ਮੈਂ ਸਮਝਿਆ, ਉਹ ਕਹਿੰਦੇ ਕਿ ਹਰ ਕਲਚਰ ਤੋਂ ਸਿੱਖੋ, ਤੇ ਜਿਹੜਾ ਵੀ ਤੁਹਾਡੇ ਕਲਚਰ ਵਿੱਚ ਤੁਹਾਨੂੰ ਸੈਂਸ ਨਹੀਂ ਦਿੰਦਾ ਕਿ ਉਹ ਮਤਲਬ ਇੱਕ ਡੈਡ ਵੇਟ ਬਣ ਚੁੱਕਿਆ, ਉਹਨੂੰ ਛੱਡ ਦਿਓ। ਇਫ ਯੂ ਦੈਟ ਲੁੱਕ, ਕਿਉਂਕਿ ਹਰ ਬੰਦਾ ਕਹਿੰਦਾ, ਜਿਹੜਾ ਇਸਲਾਮ ਵੀ ਕਹਿੰਦੇ ਕਿ ਇਹ ਦੀਨ ਹੈ, ਕੀ ਕਹਿੰਦੇ ਪੂਰੀ ਕਾਇਨਾਤ ਵਾਸਤੇ ਇਹ ਦੀਨ ਹੈ, ਸਿਰਫ ਕੀ ਕਹਿੰਦੇ ਉਹਨਾਂ ਦਾ ਵਰਡ ਹੈ, ਸਿਰਫ ਮੁਸਲਮਾਨਾਂ ਵਾਸਤੇ ਨਹੀਂ, ਇਹ ਜਿਹੜਾ ਸਾਰਾ ਧਰਮ ਗ੍ਰੰਥ ਬਣਾਇਆ ਗਿਆ ਇਹ ਪੂਰੇ ਇਨਸਾਨਾਂ ਵਾਸਤੇ ਬਣਾਇਆ ਗਿਆ, ਤੇ ਰੱਬੁਲ ਮੁਸਲਿਮੀਨ ਨਹੀਂ, ਰੱਬੁਲ ਆਲਮੀਨ। ਸੋ ਦੈਟਸ ਵਾਟ ਦੇ ਸੇ। ਇਹ ਤੇ ਮਤਲਬ ਕਹਿ ਸਕਦਾ। ਬਟ ਬੇਸਿਕਲੀ ਜਿਹੜਾ ਤੁਸੀਂ ਗੁਰੂ ਨਾਨਕ ਹੈ, ਜਿਵੇਂ ਮਤਲਬ ਹੁਣ ਇਹ ਜਿਹੜੀ ਫਿਲਾਸਫੀ ਹੈ, ਇਹ ਤੁਸੀਂ ਕਿਸੇ ਜੰਗਲਾਂ ਵਿੱਚ ਵੀ ਚਲੇ ਜਾਓ ਕਿ ਉਹਨਾਂ ਨੂੰ ਕਹੋ ਕਿ ਬੇਸਿਕਲੀ ਤੁਹਾਡੇ ਕਲਚਰ ਵਿੱਚ ਵੀ ਕੋਈ ਡੈਡ ਵੇਟ ਹੈ, ਉਹਨੂੰ ਛੱਡ ਦਿਓ, ਤੇ ਜਿਹੜਾ ਲੋਕਾਂ ਕੋਲ ਹੈ ਉਹ ਸਿੱਖੋ। You can see it is a timeless philosophy and it is a really universal philosophy that is applicable now, and I think it is the ideal philosophy to hold in a multicultural society, and it is timeless ਕਿਉਂਕਿ ਹਮੇਸ਼ਾ ਟਰੂ ਰਹੇ। ਇਹਦੇ ਵਿੱਚੋਂ ਕਿਤੇ ਗੁਰੂ ਨਾਨਕ ਦੇਵ ਜੀ ਨੇ ਕਦੇ ਇਹ ਵੀ ਇਹਨਾਂ ਦਾ ਮੈਸੇਜ ਹੈਗਾ ਸੀ ਵੀ ਤੁਸੀਂ ਬਾਕੀ ਧਰਮ ਛੱਡ ਦਿਓ, ਇਹ ਸਿੱਖ ਧਰਮ ਦੇ ਵਿੱਚ ਆ ਜਾਓ, ਜਾਂ ਇਹਨਾਂ ਨੇ ਸਿੱਖ ਧਰਮ ਨੂੰ ਪ੍ਰਮੋਟ ਕੀਤਾ? ਇਹ ਬਿਲਕੁਲ, ਕਿਉਂਕਿ ਜਿਹੜਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਬੇਸਿਕਲੀ ਚੋਕਾ ਹੈ, ਇਸ ਕਰਕੇ ਉਹਨਾਂ ਨੇ ਬਿਲਕੁਲ ਜਿਹੜਾ ਉਹਨੂੰ ਕਹਿੰਦੇ ਹੈ, ਮਤਲਬ ਦੋਵਾਂ ਦਾ ਇੱਕ ਦੇयर इज अ ਇੰਗਲਿਸ਼ ਵਰਡ ਮੇਰੇ ਦਿਮਾਗੋਂ ਲਿਖ ਰਿਹਾ, ਐਂਬੀਗੂਅਸ ਕਰਕੇ। ਕਿਉਂਕਿ ਉਹਨਾਂ ਨੇ ਬੇਸਿਕਲੀ ਜਿਹੜੇ ਮੁਸਲਮਾਨ ਫਕੀਰ ਹੁੰਦੇ ਸੀ, ਜਿਵੇਂ ਮੰਨ ਲਓ ਬਾਬਾ ਕੀ ਕਹਿੰਦੇ ਹੋ ਗਿਆ ਫਰੀਦ ਹੋ ਗਏ, ਉਹ ਚੋਗਾ ਪਾਉਂਦੇ ਰਾਈਟ, ਬਟ ਉਹ ਹਰੇ ਰੰਗ ਦਾ ਪਾਉਂਦੇ, ਤੇ ਜਿਹੜੇ ਸਾਧੂ ਹੁੰਦੇ ਹੈ ਉਹ ਲਾਲ ਸੂਆ ਰੰਗ ਜਾਂ ਗੇਵਾ ਵਸਤਰ ਪਾਉਂਦੇ, ਤੇ ਉਹਨਾਂ ਨੇ ਚੋਗਾ ਪਾਇਆ ਤੇ ਨਾਲੇ ਪੀਲੇ ਜਾਂ ਗੇਵਾ ਵਸਤਰ ਪਾਇਆ। ਤੇ ਆਰਟਿਸਟ ਹੈ, ਮਤਲਬ ਸਾਡੇ ਕੋਲ ਹੈ ਨਹੀਂ, ਮਤਲਬ ਜਿਹੜਾ ਹੈ ਸੋਭਾ ਸਿੰਘ ਦੀ ਇਮੈਜੀਨੇਸ਼ਨ ਨਾਲ ਬਣਿਆ। ਬਾਕੀ ਉਹ ਜਿਹੜਾ ਵੀ ਹੈ, ਕਿਉਂਕਿ ਦੈਟ ਇਜ਼ ਨਾਟ ਟਰੂ, ਕਿਉਂਕਿ ਜਿਹੜਾ ਅਸੀਂ ਪੜ੍ਹੀਏ ਉਹ ਤੇ ਗੁਰੂ ਨਾਨਕ ਦੇਵ ਜੀ ਖੱਤਰੀ ਕਾਸਟ ਦੇ ਹੈ। ਤੁਸੀਂ ਦੇਖੋ ਅੱਜ ਤੋਂ 500 ਸਾਲ ਹੈ, ਅੱਜ ਦੇ ਬੰਦਿਆਂ ਦੀ ਹਾਈਟ ਉਸ ਟਾਈਮ ਤੇ ਜ਼ਿਆਦਾ ਹੈ, ਕਿਉਂਕਿ ਨਿਊਟ੍ਰੀਸ਼ਨ ਬੈਟਰ ਹੋ ਗਿਆ। ਦੂਜਾ ਜਿਹੜਾ ਉਹ ਕਹਿੰਦੇ ਕਿ ਇਹ ਮਦਰੇ ਕੱਦ ਦਾ ਬੰਦਾ ਹੈ, ਜਿਹੜਾ ਵੀ ਤੁਸੀਂ ਪੜ੍ਹੋ ਨਾ ਜਿਹੜੇ ਪੁਰਾਤਨ ਇਤਿਹਾਸ ਨੇ, ਤੇ ਇਹਨਾਂ ਨੇ ਸੋਭਾ ਸਿੰਘ ਜੀ ਨੇ ਇੱਕ ਪਹਿਲਵਾਨ ਟਾਈਪ ਬੰਦਾ ਬਣਾਤਾ। ਸੋ ਇਟ ਇਜ਼ ਬੇਸਿਕਲੀ ਮੇਡ ਫਰਮ ਇਮੈਜੀਨੇਸ਼ਨ। ਬਟ ਜੋ ਵੀ, ਤੇ ਉਹਨਾਂ ਕੋਲ ਬਾਰ-ਬਾਰ ਪੁੱਛਿਆ ਗਿਆ ਕਿ ਤੁਸੀਂ ਹਿੰਦੂ ਹੋ ਕਿ ਤੁਸੀਂ ਸਿੱਖ ਹੋ, ਕਿਉਂਕਿ ਜਿਹੜਾ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਨਾ ਕਿ ਬੇਸਿਕਲੀ ਇੱਥੇ ਬਾਅਦ ਵਿੱਚ ਯੂਰਪ ਵਿੱਚ ਪੋਸਟ ਐਨਲਾਈਟਮੈਂਟ ਹੋਇਆ, ਕਿ ਬੇਸਿਕਲੀ ਉਹਨਾਂ ਨੇ ਕਿਹਾ ਕਿ ਜਿਵੇਂ ਨੀਤੀ ਸਿੰਘ ਨੇ ਕਿਹਾ ਕਿ ਭਗਵਾਨ ਮਰ ਚੁੱਕਾ ਹੈ। ਦੈਟ ਇਜ਼ ਅ ਵੈਰੀ ਰੀਸੈਂਟ ਫਿਨੋਮੀਨਾ of you can say like last
couple of 100 years कि इंसान सोच सकता है मजहब तो बाहर जीना, राइट, बट मजहब ਤੁਹਾਡੀ ਇੱਕ ਤਰ੍ਹਾਂ ਦੀ ਆਇਡੈਂਟੀਟੀ ਹੁੰਦੀ ਸੀ ਬਿਕੋਜ਼ ਦੈਟਸ ਹਾਊ ਯੂ ਇੰਟਰੈਕਟਿਵ ਕਿ ਤੁਸੀਂ ਨੇਚਰ ਨਾਲ ਕਿਵੇਂ ਇੰਟਰੈਕਟ ਕਰਦੇ ਹੋ, ਦੈਟ ਰਿਲੀਜਨ ਬੇਸਿਕਲੀ ਟੌਟ ਯੂ। ਸੋ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ, ਹਾਂਜੀ ਬੋਲੋ। ਹਾਂਜੀ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਹੈਗਾ ਸੀ ਉਹ ਡਾਇਲੌਗ ਤੇ ਦਿੱਤਾ ਹੈਗਾ ਨਾ, ਇੰਟਰੈਕਸ਼ਨ ਤੇ ਦਿੱਤਾ ਹੈਗਾ। ਨਹੀਂ ਇਹ ਕਿਉਂਕਿ ਇਹ ਕੁਐਸਚਨ ਇੱਕ ਵਾਰੀ ਨਹੀਂ, ਮੈਂ 1000 ਵਾਰ ਤੇ ਅਤਿਸ਼ੋਕਤੀ ਹੋ ਜਾਏਗੀ, ਬਟ ਰਿਪੀਟਡਲੀ ਉਹਨਾਂ ਦੇ ਟਰੈਵਲ ਤੇ ਚੱਲਦਾ ਕਿ ਤੁਸੀਂ ਹਿੰਦੂ ਹੋ ਕਿ ਤੁਸੀਂ ਮੁਸਲਮਾਨ ਹੋ, ਤੇ ਉਹ ਬੇਸਿਕਲੀ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਬਾਬਾ। ਬਟ ਕਿਉਂਕਿ ਜਿਹੜਾ when he is about to die ਜਿਹੜਾ ਹੈ, ਤੇ ਉਹਨਾਂ ਦਾ ਕੀ ਕਹਿੰਦੇ, ਚਲੋ ਇਹਦੇ ਵਿੱਚ ਵੀ ਹੈ ਜਿਹੜੇ ਭਾਈ ਲਹਿਣਾ ਨੇ ਜਿਹੜੇ ਗੁਰੂ ਅੰਗਦ ਬੰਦੇ ਨੇ, ਇਟ ਇਜ਼ ਆਲਸੋ ਜਦੋਂ ਕਹਿੰਦੇ ਮੈਂ ਇਹਨਾਂ ਨੂੰ ਗੁਰਗੱਦੀ ਦਿਆਂਗਾ, ਤੇ ਜਿਹੜਾ ਵਿਖਿਆਨ ਆਉਂਦਾ ਕਿ ਬਾਬਾ ਸ਼੍ਰੀ ਚੰਦ ਨੇ ਉਹ ਤੇ ਕਹਿੰਦੇ ਇਹ ਤੇ ਦੁਰਗਾ ਦਾ ਉਪਾਸਕ ਹੈ, ਤੁਸੀਂ ਤੇ ਨਿਰੰਕਾਰ ਰੱਬ ਦੀ ਕਾਮਨਾ ਤੁਹਾਡੀ ਕਲਪਨਾ ਹੈ ਤੇ ਤੁਸੀਂ ਉਹ ਸਿਖਾਇਆ ਹੈ ਕਿ ਤੁਸੀਂ ਇਹਨੂੰ ਕਿਉਂ ਦੇ ਰਹੇ ਹੋ। ਤੇ ਉਹਨਾਂ ਨੇ ਕਦੇ ਕਿਸੇ ਦੇ ਰਿਲੀਜਨ ਨੂੰ ਇਹ ਨਹੀਂ ਕਿਹਾ ਕਿ ਆਹ ਛੱਡ ਦੋ ਜਾਂ ਉਹ ਛੱਡ। ਇਹ ਤੇ ਜਿਵੇਂ ਗੁਰੂ ਦੇ ਘਰ ਮਤਲਬ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਉਹਨਾਂ ਨੇ ਕਿਹਾ ਇਹ ਸਾਡੇ ਗੁਰੂ ਦਾ ਘਰ ਹੈ, ਉਹ ਗੁਰਦੁਆਰਾ ਬਣ ਗਿਆ। ਤੇ ਜਿਹੜਾ ਇਹ ਲੰਗਰ ਹੈ ਕਿ ਉੱਥੇ ਜਾ ਕੇ ਸਾਰਿਆਂ ਨੇ ਕਰਨਾ, ਇਹ ਵੀ ਭਾਈ ਲਹਿਣਾ ਜਿਹੜਾ ਆਰਗੇਨਾਈਜ਼ਡ ਲੰਗਰ ਹੈ ਇਹ ਗੁਰੂ ਅੰਗਦ ਜੀ ਨੇ ਸ਼ੁਰੂ ਕੀਤਾ। ਤੇ ਜਿਹੜਾ ਇਹ ਬੇਸਿਕਲੀ ਅਸੀਂ ਕੌਣ ਆ ਕਿ ਮੰਨ ਲਓ ਇੱਕ ਰੱਬੀ ਇਨਸਾਨ ਹੈ ਜਿਹਦੀ ਅਸੀਂ ਕਰ ਰਹੇ ਹਾਂ, ਅਸੀਂ ਇਹਦੇ ਸ਼ਿਸ਼ ਹਾਂ। ਤੇ ਪੰਜਾਬੀ ਚ ਅਬ੍ਰੰਸ਼ ਕਰਕੇ ਜਿਵੇਂ ਹੁੰਦਾ ਨਾ, ਮਤਲਬ ਜਿਵੇਂ ਤੁਸੀਂ ਜਪਜੀ ਸਾਹਿਬ ਵੀ ਦੇਖੋ ਤੇ ਉਹ ਸੰਸਕ੍ਰਿਤ ਦੇ ਲਫ਼ਜ਼ ਹੁੰਦੇ ਨੇ ਤੇ ਉਹਨੂੰ ਪੰਜਾਬੀ ਈਡੀਅਮ ਵਿੱਚ ਕਰਕੇ ਬੋਲਿਆ ਜਾਂਦਾ, ਤੇ ਅਸੀਂ ਸ਼ਿਸ਼ ਦੇ ਸਿੱਖ ਹੋ ਗਏ, ਅਸੀਂ ਇਸ ਬੰਦੇ ਦੇ ਸਿੱਖ ਹਾਂ। ਸੋ ਦੈਟਸ ਹਾਊ ਇਟ ਕਾਈਂਡ। ਉਸ ਟਾਈਮ ਜਿਵੇਂ ਸਿੱਖ ਧਰਮ ਦੀ ਕੋਈ ਪਰਿਕਲਪਨਾ ਨਹੀਂ ਸੀ, ਇਹ ਤੇ ਆਪਣੇ ਆਪ ਜਿਹੜੀ ਉਹਨਾਂ ਦੀ ਕਮਿਊਨਿਟੀ ਹੈ ਇਟ ਡਿਵੈਲਪਡ ਆਰਗੈਨਿਕਲੀ। ਅੱਛਾ ਅੱਛਾ। ਔਰ ਦੂਜੀ ਗੱਲ ਜਿਹੜੀ ਜਿਸ ਤਰ੍ਹਾਂ ਗੁਰਬਾਣੀ ਹੈਗੀ ਹੈ, ਜਿਸ ਤਰ੍ਹਾਂ ਜਪਜੀ ਸਾਹਿਬ ਤੋਂ ਆਪਾਂ ਸ਼ੁਰੂ ਕਰੀਏ ਹੈਗੀ, ਕਿ ਇਹ ਲਿਖੀ ਗਈ ਹੈਗੀ ਸੀ ਜਾਂ ਉਹਨਾਂ ਨੇ ਗਾ ਕੇ ਜਾਂ ਰਾਗਾਂ ਦੇ ਵਿੱਚ ਆਪਾਂ ਕਹਿੰਦੇ ਹੈਗੇ ਆ, ਉਹਦੇ ਬਾਰੇ ਤੁਸੀਂ ਕੀ ਸੋਚਦੇ? ਹਾਂਜੀ, ਇਹ ਵੀ ਦੇਖੋ, ਇਹ ਜਿਹੜਾ ਸੀ ਇਹ ਕਿਉਂਕਿ ਉਸ ਟਾਈਮ ਵੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਜਿਵੇਂ ਆਪਣਾ ਕੀ ਕਹਿੰਦੇ ਹੈ ਪਠਾਨ ਨੇ, ਬੇਸਿਕਲੀ ਉਹਨਾਂ ਦਾ ਕੋਈ ਰਿਟਨ ਕਲਚਰ ਨਹੀਂ ਜਿਹੜਾ ਹੈ, ਬਟ ਤੁਹਾਨੂੰ ਕੋਈ ਵੀ ਅਫਗਾਨੀ ਮਿਲੇਗਾ ਨਾ, ਤੁਸੀਂ ਪੁੱਛੋ ਉਹਨਾਂ ਨੇ ਹਜ਼ਾਰਾਂ ਜਾਂ ਜਿਹਨੂੰ ਵੀ ਕਹੋ 19-20 ਪੜ੍ਹਿਆ ਲਿਖਿਆ ਉਹਨਾਂ ਦੇ ਵਿੱਚ ਜਿਹੜਾ ਉਹਦੇ ਕਲਚਰ ਵਿੱਚ ਉਹਨਾਂ ਨੂੰ ਪਤਾ ਹੈ, ਉਹਨੂੰ ਹਜ਼ਾਰਾਂ ਲਾਈਨ ਦੀ ਪੋਇਟਰੀ ਯਾਦ ਹੋਏਗੀ। ਤੇ ਉਸ ਟਾਈਮ ਦਾ ਬੇਸਿਕਲੀ ਕਲਚਰ ਹੀ ਇਹੀ ਹੁੰਦਾ ਸੀ ਕਿ ਬੇਸਿਕਲੀ ਔਰਲ ਟ੍ਰੈਡੀਸ਼ਨ ਹੁੰਦਾ ਸੀ। ਤੇ ਇਹ ਸਿਰਫ ਪੰਜਾਬ ਵਿੱਚ ਨਹੀਂ ਹੁੰਦਾ ਸੀ, ਜਿਵੇਂ ਵੈਸਟਰਨ ਸਿਵਲਾਈਜੇਸ਼ਨ ਬੇਸਡ ਹੈ, ਅਸੀਂ ਅੱਜ ਅਮਰੀਕਾ 'ਚ ਬੈਠੇ ਹਾਂ, ਇਹ ਗ੍ਰੀਕ ਤੋਂ ਆਇਆ। ਤੇ ਜਿਵੇਂ ਗ੍ਰੀਕ ਦੀ ਸਭ ਤੋਂ ਵੱਡੀਆਂ ਕੀ ਕਹਿੰਦੇ ਆਪਣਾ ਮਿਥਿਆ ਨੇ, ਇੱਕ ਇਲੀਅਡ ਇੱਕ ਓਡੇਸੀ, ਇਹ ਵੀ ਮੌਖਿਕ ਰੂਪ ਵਿੱਚ ਸੀ, ਬਾਅਦ ਵਿੱਚ ਇਹਨਾਂ ਨੂੰ ਲਿਖਿਆ ਗਿਆ, ਬਹੁਤ ਮਤਲਬ 1000 ਸਾਲ ਬਾਅਦ ਜਾਂ ਮਤਲਬ ਆਫਟਰ ਮੈਨੀ ਸੈਂਚੁਰੀਜ਼ ਉਹਨਾਂ ਨੂੰ ਲਿਖਿਆ ਗਿਆ। ਬਟ ਉਹ ਪਹਿਲੇ ਮਹਾਜਨੀ ਸਕ੍ਰਿਪਟ ਵਿੱਚ ਲਿਖੀ ਗਈ, ਫਿਰ ਜਿਹੜੇ ਗੁਰੂ ਅੰਗਦ ਸੀ ਜਿਹੜੇ ਜਿਨ੍ਹਾਂ ਨੇ ਸੈਕਿੰਡ ਗੁਰੂ ਨੇ, ਉਹਨਾਂ ਨੇ ਕਿਹਾ ਨਹੀਂ ਇਹ ਬਹੁਤ ਵੈਲਿਊਏਬਲ ਹੈ, ਤੇ ਇਸ ਨੂੰ ਉਹਨਾਂ ਨੇ ਸਕ੍ਰਿਪਟ ਬਣਾਈ। ਜਿਹੜੀ ਸਕ੍ਰਿਪਟ ਹੈ ਉਹ ਮਹਾਜਨੀ ਤੇ ਸ਼ਾਰਦਾ ਤੇ ਜਿਹੜਾ ਪੱਟ ਵੀ ਨੇ, ਪੱਟ ਬੇਸਿਕਲੀ ਜਿਹੜੇ ਇਹ ਸਾਰੇ ਕਸ਼ਮੀਰੀ ਬਾਹਮਣ ਨੇ, ਤੇ ਉਹਨਾਂ ਦੀ ਸਕ੍ਰਿਪਟ ਹੁੰਦੀ ਸੀ ਸ਼ਾਰਦਾ। ਉਹਨਾਂ ਨੂੰ ਅਡੈਪਟ ਕਰਕੇ ਇਹਨਾਂ ਨੇ, ਕਿਉਂਕਿ ਇਹਦੇ ਬਹੁਤ ਸਾਰੇ ਦੇਖੋ ਰੜੇ ਤੇ ਯਈਏ ਹੁੰਦੇ ਹੈ, ਮਤਲਬ ਬਹੁਤ ਸਾਰੇ ਪੰਜਾਬੀ, ਉਹਨਾਂ ਨੇ ਬੇਸਿਕਲੀ ਇਹ ਸਾਡੀ ਗੁਰਮੁਖੀ ਹੈ, ਸਾਡੇ ਗੁਰੂ ਦੀ ਬਾਣੀ ਹੈ, ਐਂਡ ਐਕਚੁਅਲੀ ਦੈਟ ਇਜ਼ ਅ ਬਿਗ ਕੰਟਰੀਬਿਊਸ਼ਨ ਕਿ ਇਹਦੇ ਬਾਅਦ ਗੁਰਮੁਖੀ ਪੰਜਾਬੀ ਫਾਰਮਲਾਈਜ਼ ਹੋਈ ਹੈ। ਐਂਡ ਹਾਂਜੀ ਸੌਰੀ, ਤੁਸੀਂ ਮੈਂ ਤੁਹਾਨੂੰ ਡਿਸਟਰੈਕਟ ਕਰ ਰਿਹਾ ਹੈਗਾ, ਤੁਸੀਂ ਭੱਟਾਂ ਦੀ ਬਾਣੀ ਦੀ ਗੱਲ ਕਰੀ ਹੈਗੀ, ਭੱਟਾਂ ਦੀ ਗੱਲ ਕਰੀਏ, ਤੁਸੀਂ ਕਹਿੰਦੇ ਵੀ ਇਹ ਬ੍ਰਾਹਮਣ ਹੈਗੀ ਸੀ, ਕਸ਼ਮੀਰੀ ਬ੍ਰਾਹਮਣ ਹੈਗੀ ਸੀ, ਉਹਦੇ ਇਹਦੇ ਬਾਰੇ ਥੋੜਾ ਜਿਹਾ ਮੈਨੂੰ ਉਹ ਕਰੋਗੇ, ਐਕਸਪਲੇਨ ਕਰੋ। ਹਾਂਜੀ, ਇਹ ਵੀ ਤੁਸੀਂ ਦੇਖੋ ਮਤਲਬ ਲਾਈਕ ਵੀ ਹੈਵ ਟੂ ਕਵਰ ਅ ਲੋਟ ਆਫ ਥਿੰਗ ਕਿ ਇਹਦੇ ਵਿੱਚ ਵੀ ਜਾਣਗੇ ਕਿ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਜੀ ਵੀ ਐਕਚੁਅਲੀ ਵੈਰੀ ਇੰਟਰਸਟਿੰਗ ਨੇ, ਕਿਉਂਕਿ ਜਿਵੇਂ ਮੈਂ ਪਹਿਲੇ ਸ਼ੁਰੂ ਚ ਕਿਹਾ ਕਿ ਜਿਹੜਾ ਗੁਰੂਆਂ ਦਾ ਕਾਲ ਹੈ ਬੇਸਿਕਲੀ ਜਿੰਨੇ ਟਾਈਮ ਉਹ ਸਰੀਰਿਕ ਸੀ ਉਹ 200 ਸਾਲ ਹੈ, from basically early 1500 to early 1700, 200 ਸਾਲ ਹੈ ਗੁਰੂਆਂ ਦੇ ਜੀਵਨ ਦੇ, ਰਾਈਟ। ਤੇ ਵਿੱਚ ਇਨ ਬਿਗਨਿੰਗ early 1600 ਗੁਰੂ ਗ੍ਰੰਥ ਸਾਹਿਬ ਆਉਂਦਾ ਹੈ, ਤੇ ਇਹ ਵੀ ਇੱਕ ਬ੍ਰੇਕ ਹੈ, ਬੇਸਿਕਲੀ ਕ੍ਰੀਮ ਬ੍ਰੇਕ ਹੈ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਆਉਂਦਾ ਤੇ ਉਹਦੇ ਟਾਈਮ ਹੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਅਦ ਉਹ ਬੇਸਿਕਲੀ ਇੱਕ ਮੋਰ ਫਾਰਮਲਾਈਜ਼ ਵੇ ਵਿੱਚ ਚੱਲਦਾ ਹੈ ਕਿ ਜਿਵੇਂ ਗੁਰੂ ਹਰਗੋਬਿੰਦ ਨੇ ਉਹ ਮੀਰੀ ਪੀਰੀ ਕਰਨੇ ਦੇ ਕਿ ਬੇਸਿਕਲੀ ਮੇਕ ਇਟ ਮੋਰ ਆਰਗੇਨਾਈਜ਼ਡ, ਫਰੋਮ ਮੋਰ ਐਂਬੀਗੁਅਸ ਭਗਤੀ ਟ੍ਰੈਡੀਸ਼ਨ ਟੂ ਸਮਥਿੰਗ ਮੋਰ ਆਰਗੇਨਾਈਜ਼ਡ, ਕਿ ਜੇ ਤੁਸੀਂ ਫਾਈਟ ਕਰਨੀ ਹੈ ਤਾਂ ਐਕਚੁਅਲੀ ਇਫ ਤੁਸੀਂ ਕਾਮਨ ਸੈਂਸ ਯੂਜ਼ ਕਰੋ ਤੇ ਬਿਲਕੁਲ ਠੀਕ ਹੈ। ਜਿਵੇਂ ਅਸੀਂ ਮੰਨ ਲਓ ਪੀਸ ਟਾਈਮ ਵਿੱਚ ਰਹਿ ਰਹੇ ਹਾਂ ਜਾਂ ਜ਼ਿਆਦਾ ਕੋਈ ਲੜਾਈ ਝਗੜਾ ਨਹੀਂ ਹੈ, ਜਿਵੇਂ ਅਸੀਂ ਅਮਰੀਕਾ 'ਚ ਰਹਿ ਰਹੇ ਹਾਂ, the values you will always spread is ki tolerance, appreciating different culture। but ਮੰਨ ਲਓ ਜੇ ਤੁਹਾਡੇ ਉੱਤੇ ਜੈਨੋਸਾਈਡ ਹੋ ਜਾਏ, ਜੇ ਤੁਸੀਂ ਉਹਨੂੰ ਫਾਈਟ ਕਰ ਰਹੇ ਹੋ, ਤੇ ਆਫ ਕੋਰਸ ਤੁਸੀਂ ਇਹ ਕਹੋਗੇ, ਤੁਸੀਂ ਆਪਣੇ ਆਪ ਨੂੰ ਆਰਮੀ ਬਣਾਓਗੇ, ਤੁਸੀਂ ਕਹੋਗੇ ਅਸੀਂ ਸੱਚ ਦੀ ਲੜਾਈ ਲੜ ਰਹੇ ਹਾਂ,
ਜਿਹੜਾ ਦੂਜਾ ਬੰਦਾ ਹੈ ਉਹ ਗਲਤ ਦੇ ਪਾਸੇ ਹੈ ਤੇ ਉਹ ਆਕੀ ਹੈ, ਉਹਨੂੰ ਉਹਦੇ ਉੱਤੇ ਸਾਨੂੰ ਫਤਿਹ ਦੇ। ਤੋ ਯੂ نو ਇਟ ਬੇਸਿਕਲੀ ਸਟਾਰਟਸ ਫਰਮ देयर ਐਂਡ ਇਟ ਬਿਕਮਸ ਮੋਰ, ਕਿਉਂਕਿ ਜਿਹੜਾ ਜ਼ੁਲਮ ਹੈ ਉਹ ਵੱਧਦਾ ਜਾਂਦਾ ਉਹਦੇ ਬਾਅਦ। ਬਿਲਕੁਲ ਰਾਈਟ। ਤੇ ਇਹਦਾ ਇੱਕ ਮਿੰਟ, ਤੁਹਾਡਾ ਕੁਐਸਚਨ ਸੀ, ਦੇਖੋ ਗੁਰੂਆਂ 6 ਗੁਰੂਆਂ ਦੀ ਬਾਣੀ ਉਹਦੇ ਚ, ਗੁਰੂ ਗ੍ਰੰਥ ਸਾਹਿਬ। ਹਾਂਜੀ, ਪਹਿਲੇ 5 ਗੁਰੂ ਗੁਰੂ ਅਰਜਨ ਤੱਕ, ਤੇ ਇੱਕ ਜਿਹੜਾ ਉਹਨੂੰ ਆਦਿ ਗ੍ਰੰਥ ਕਹਿੰਦੇ ਆ, ਜਦ ਤੱਕ ਪਹਿਲੇ ਗੁਰੂਆਂ ਦੀ ਬਾਣੀ। ਫਿਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣਾਇਆ, ਉਹਦੇ ਚ ਉਹਨਾਂ ਦੇ ਆਪਣੇ ਫਾਦਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪਾਤੀ ਜੀ। ਟੋਟਲ 6 ਗੁਰੂ ਹੈ ਇਹ ਜਿਹੜੇ ਦਮਦਮਾ ਸਾਹਿਬ ਦੇ ਵਿੱਚ ਬੈਠ ਕੇ ਜਿਹੜੀ। ਹਾਂਜੀ ਹਾਂਜੀ, ਤਲਵੰਡੀ ਸਾਬੂ, ਦਮਦਮਾ ਸਾਹਿਬ, ਤੇ ਇੱਕ ਇਟ ਇਜ਼ ਵਨ ਆਫ ਦਾ ਤਖਤ। ਹਾਂਜੀ ਹਾਂਜੀ, ਜਿਹੜੇ ਟੋਟਲ 5 ਤਖਤ ਨੇ, 3 ਪੰਜਾਬ ਵਿੱਚ ਨੇ ਤੇ ਇੱਕ ਜਿਹੜਾ ਤਲਵੰਡੀ ਸਾਬੂ ਕਿਹਾ, ਕਿਉਂਕਿ ਉੱਥੇ ਜਿਹੜਾ ਫਾਈਨਲ ਵਰਜਨ ਆਫ ਗ੍ਰੰਥ ਸਾਹਿਬ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹ ਤੇ ਦਸ਼ਮ ਗ੍ਰੰਥ ਉੱਥੇ ਉਹਨਾਂ ਨੂੰ, ਮਤਲਬ ਉਹਨਾਂ ਨੇ ਕਿਹਾ ਭਾਈ ਮਨੀ ਸਿੰਘ ਨੂੰ, ਤੇ ਉਹਨਾਂ ਨੂੰ ਰਿਟਨ ਫਾਰਮ ਵਿੱਚ ਕੀਤਾ। ਤੇ 2 ਜਿਹੜੇ ਤਖਤ ਨੇ ਇਹ ਪੰਜਾਬ ਤੋਂ ਬਾਹਰ ਨੇ, ਇੱਕ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਤੇ ਇੱਕ ਨੰਦੇੜ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਹੋਈ ਜੀ। ਤੇ 5 ਨੇ। ਹਾਂਜੀ, ਤੇ ਤੁਹਾਡੀ ਪੱਟਾ ਦਾ ਕੁਐਸਚਨ ਆਇਆ, ਤੇ ਆਈ ਥਿੰਕ 15 ਭਗਤ ਨੇ ਤੇ 11 ਪੱਟ ਨੇ। ਤੇ ਇਹ ਵੀ ਜਿਵੇਂ ਪੱਟ ਨੇ, ਯੂ نو ਲਾਈਕ ਯੂ ਕੈਨ ਚੈੱਕ ਇਟ ਯੋਰਸੈਲਫ, ਕਿ ਮੈਂ, ਕਿਉਂਕਿ ਇਹਨਾਂ ਨੇ ਬੇਸਿਕਲੀ ਬਣਾਤਾ ਰਿਲੀਜਨ ਕੀ ਫੈਕਟ ਦਾ, ਬਟ ਇਫ ਯੂ ਇੰਗੇਜ ਇਟ ਇਨ ਟਰਮਸ ਆਫ ਹਿਸਟਰੀ, ਐਵਰੀਥਿੰਗ ਬਿਕਮਸ ਅਲਾਈਵ ਐਂਡ ਫੈਸੀਨੇਟਿੰਗ। ਜਿਹੜਾ ਜਿੱਥੇ ਤੱਕ ਮੈਂ ਪੜ੍ਹਿਆ, ਜਿਹੜੇ ਇਹ 11 ਦੇ 11 ਪੱਟ ਨੇ, ਜਿਵੇਂ ਤੁਸੀਂ ਪੱਟ ਕਹਿੰਦੇ ਹੀ ਕਸ਼ਮੀਰੀ ਪੰਡਤਾਂ ਨੂੰ ਨੇ। ਜਦ ਇਹਨਾਂ ਦਾ ਐਕਸੋਡਸ ਹੋਇਆ 90s, ਇਹਨਾਂ ਨੂੰ ਕਸ਼ਮੀਰ ਵੈਲੀ ਤੋਂ ਬਾਹਰ ਨਿਕਲਿਆ, ਤੇ ਜਿਹੜਾ ਨਾਰਾ ਵੀ ਨਿਕਲਦਾ ਸੀ ਕਸ਼ਮੀਰ ਬਣੇਗਾ ਪਾਕਿਸਤਾਨ, ਉਹ ਕਸ਼ਮੀਰੀ ਮੈਨੂੰ ਭੁੱਲ ਗਈ, ਉਹ ਕਹਿੰਦੇ ਪੱਟ ਸਕਣ, ਬੇਸਿਕਲੀ ਜਿਹੜੀ ਫੀਮੇਲ ਪਰਟਸ ਨੇ ਉਹਨਾਂ ਦੇ ਨਾਲ, ਤੇ ਮੇਲ ਪਰਟਸ ਨੂੰ ਅਸੀਂ ਕੱਢ ਦਿਆਂਗੇ, ਐਂਡ ਦੈਟਸ ਵਾਈ ਉਹਨਾਂ ਨੂੰ ਡਰ ਲੱਗਿਆ, ਉਹ ਸਾਰੇ ਭੱਜ ਗਏ। ਤੇ ਪੱਟ, ਤੇ ਉਹਦੇ ਵਿੱਚ ਵੀ ਹੈ ਜਿਹੜੇ ਸਾਰੇ ਦੇ ਸਾਰੇ ਪੱਟ ਨੇ ਉਹ ਸਰਸਵਤ ਬ੍ਰਾਹਮਣ ਨੇ। ਬ੍ਰਾਹਮਣ ਵੀ ਬਹੁਤ ਤਰੀਕੇ ਦੇ ਹੁੰਦੇ ਆ, ਜਿਵੇਂ ਆਪਣਾ ਸਵਰਕਰ ਸੀ, ਸਵਰਕਰ ਨੇ ਵੀ ਲਿਖਿਆ ਗੁਰੂਆਂ ਦੀ ਜੀਵਨੀ, ਉਹ ਬੇਸਿਕਲੀ ਮਿਸ ਹੋ ਗਈ, ਹੀ ਯੂਜ਼ਡ ਟੂ ਰਾਈਟ ਅ ਲੋਟ, ਉਹ ਚਿਤਪਵਨ ਬ੍ਰਾਹਮਣ ਹੈ। ਤੇ ਜਿਹੜੇ ਵੀ ਜਿਨ੍ਹਾਂ ਦਾ ਫਰੀडम ਸਟਰਗਲ ਵਿੱਚ ਬਹੁਤ ਯੋਗਦਾਨ ਹੈ ਨਾ, ਬੇਸਿਕਲੀ ਤੁਸੀਂ ਜਿੰਨੇ ਵੀ ਰਿਫਾਰਮਰ ਦੇਖੋ ਜਿਹੜੇ ਮਾਡਰਨ ਇੰਡੀਆ ਦੇ ਆਏ, ਉਹ ਬੇਸਿਕਲੀ ਚਿਤਪਵਨ ਬ੍ਰਾਹਮਣ ਨੇ, ਉਹ ਮਹਾਰਾਸ਼ਟਰ ਸਾਈਡ ਦੇ ਨੇ। ਅੱਛਾ। ਪਰ ਜਿਹੜੇ ਸਰਸਵਤ, ਮਤਲਬ ਸਰਸਵਤੀ ਇੱਕ ਨਦੀ ਹੁੰਦੀ ਸੀ, ਉਹ ਪੰਜਾਬ ਤੋਂ ਜਾਂਦੀ ਸੀ, ਹੁਣ ਉਹ ਡਰਾਈ ਹੋ ਗਈ ਹੈ, ਬਟ ਨਾਓ ਵੀ ਐਕਚੁਅਲੀ ਹੈਵ ਐਵੀਡੈਂਸ। ਇਹ ਤੇ ਮਿੱਥਿਆ ਤੋਂ ਸੀ ਕਿ ਇੱਥੇ ਨਦੀ ਹੈ, ਸਾਡੇ ਕੋਲ ਕੋਈ ਪ੍ਰੂਫ ਨਹੀਂ ਸੀ, ਬਟ ਨਾਓ ਵੀ ਐਕਚੁਅਲੀ ਹੈਵ ਐਵੀਡੈਂਸ ਕਿ ਯੈਸ देयर वाज अ रिवर। तो ਇਹ ਸਰਸਵਤੀ ਤੇ ਜਦ ਡਰਾਈ ਹੋ ਗਈ, ਇਹ ਕਸ਼ਮੀਰੀ ਸਾਰੇ ਬ੍ਰਾਹਮਣ ਸਨ, ਤੇ ਇਹਨਾਂ ਨੂੰ ਸਰਸਵਤ ਬ੍ਰਾਹਮਣ ਕਹਿੰਦੇ ਆ। ਤੇ ਇਹ ਹੀ ਪੱਟ ਨੇ, ਤੇ ਇਹ ਵੀ ਜਿਵੇਂ ਇੰਡੀਆ 'ਚ ਕਿੰਨੇ ਬਹੁਤ ਤਰੀਕੇ ਦੇ ਹੁੰਦੇ ਆ, ਕਿ ਇੱਕ ਦਕਸ਼ਣ ਪੰਥੀ ਹੁੰਦੇ ਆ, ਇੱਕ ਨਾਰਮਲ, ਉਹਨਾਂ ਦੀ ਆਪਣੀ ਆਪਣੀ ਹੁੰਦੀ ਹੈ, ਬਟ ਇਹ ਸਾਰੇ ਦੇ ਸਾਰੇ ਸਰਸਵਤ ਬ੍ਰਾਹਮਣ ਨੇ। ਤੇ ਜਿਹੜਾ, ਹਾਂਜੀ ਬੋਲੋ। ਅੱਛਾ, ਮੈਂ ਵਾਪਸ ਉੱਥੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਵਾਪਸ ਆ ਰਿਹਾ ਹੈਗਾ। ਉਹਦੇ ਪਿੱਛੇ ਉਹਨਾਂ ਦੀ ਟਰੈਵਲਿੰਗ ਦੇ ਪਿੱਛੇ ਕੀ ਲੌਜਿਕ ਹੈਗਾ ਸੀ? ਉਹਨਾਂ ਨੂੰ ਇੰਨਾ ਕਿਉਂ ਟਰੈਵਲ ਕਰਨਾ ਪਿਆ, ਔਰ ਅਲੱਗ-ਅਲੱਗ ਜਗ੍ਹਾ ਤੇ ਉੱਤੇ ਜਾ ਕੇ, ਈਵਨ ਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਨਾਲ ਉਹਨਾਂ ਨੇ ਡਾਇਲੌਗ ਕਰਿਆ ਹੈਗਾ, ਉਹਦਾ ਕੀ ਰੀਜ਼ਨ ਹੈਗਾ ਸੀ? ਉਹਨਾਂ ਨੂੰ ਕਿਉਂ? ਕਿਉਂਕਿ ਉਸ ਟਾਈਮ ਦੇ ਉੱਤੇ ਤੁਸੀਂ ਦੇਖੋ, ਆਈ ਥਿੰਕ ਹੀ ਦਾ ਸੈਕੰਡ ਮੋਸਟ ਟਰੈਵਲਰ ਇਨ ਦਾ ਵਰਲਡ, ਕਿ ਆਪਾਂ ਉਹਨੂੰ ਕਹਿੰਦੇ ਹੈਗੇ ਨੇ। ਇਸ ਤੋਂ ਪਹਿਲਾਂ ਇੱਕ ਬੰਦਾ ਹੋਰ ਹੋਇਆ ਹੈਗਾ 100 ਸਾਲ ਪਹਿਲਾਂ ਉਹਨਾਂ ਤੋਂ, ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਇਆ ਹੈਗਾ, ਮੋਰੋਕੋ ਦਾ। ਤੇ ਗੁਰੂ ਨਾਨਕ ਦੇਵ ਜੀ ਬਾਰੇ ਵੀ ਇੰਨੀ ਟਰੈਵਲਿੰਗ, ਔਰ ਉਦੋਂ ਟਰੈਵਲਿੰਗ ਵੀ ਕਰਨੀ ਬਹੁਤ ਔਖੀ ਹੈਗੀ ਸੀ, ਕਿਉਂਕਿ ਜੰਗਲੀ ਰਸਤੇ ਹੈਗੇ ਸੀਗੇ, ਔਰ ਲੋਕੀ ਲੁੱਟ ਖਸੁੱਟ ਹੁੰਦੀ ਹੈਗੀ ਸੀ। ਸਪੈਸ਼ਲੀ ਜਿਹੜੇ ਲੋਕ ਟਰੈਵਲ ਕਰਦੇ ਸੀ, ਉਹਨਾਂ ਨੂੰ ਵੀ ਲੁੱਟਿਆ ਜਾਂਦਾ ਹੈਗਾ ਸੀਗਾ, ਔਰ ਸਪੈਸ਼ਲੀ ਜਿਨ੍ਹਾਂ ਲੋਕਾਂ ਕੋਲ ਤੁਸੀਂ ਜਾ ਰਹੇ ਹੈਗੇ ਹੋ, ਉਹ ਵੀ ਤੁਹਾਨੂੰ ਲਾਈਟਲੀ ਨਹੀਂ ਲੈਣਗੇ, ਕਿਉਂਕਿ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੈਗੇ, ਉਹਨਾਂ ਦੇ ਬਿਲੀਫ ਸਿਸਟਮ ਨੂੰ ਚੈਲੰਜ ਕਰ ਰਹੇ ਹੈਗੇ ਹੋ। ਉਹਦਾ ਕੀ ਰੀਜ਼ਨ ਹੈਗਾ ਸੀ ਗੁਰੂ ਨਾਨਕ ਦੇਵ ਜੀ ਦਾ? ਦੇਖੋ, ਇੱਕ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਪਹਿਲੇ ਜਿਹੜਾ ਹੈ ਕਿ ਗੁਰੂ ਨਾਨਕ ਦੇਵ ਜੀ ਟਰੈਵਲ ਕਰ ਰਹੇ ਨਾ, ਤੇ ਟਰੈਵਲ ਤੇ ਹੋਰ, ਮਤਲਬ ਜਿਵੇਂ ਸਿਕੰਦਰ ਆਇਆ ਇੰਡੀਆ 'ਚ, ਸਿਕੰਦਰ ਤੇ ਕੀ ਕਹਿੰਦੇ ਆਪਣਾ, ਉਹਨੇ ਪੋਰਸ ਵੀ ਜਿਹੜਾ ਪੰਜਾਬੀ ਸੀ, ਦੇ ਨਾਲ ਉਹਨੇ ਲੜਾਈ ਕੀਤੀ ਹੈ। ਤੇ ਉਹਨੇ ਵੀ ਬੇਸਿਕਲੀ ਉਹ ਯੂਨਾਨ ਤੋਂ ਚੱਲੇ, ਯੂਨਾਨ ਬੇਸਿਕਲੀ ਗ੍ਰੀਸ, ਉਹ ਫਰਸਟ 'ਚ ਆਇਆ ਪਰਸ਼ੀਆ, ਉੱਥੇ ਦੀ ਫੌਜ ਲੈ ਕੇ ਫਿਰ ਅਫਗਾਨਿਸਤਾਨ ਗਿਆ, ਉਹ ਕਰਕੇ ਉਹ ਤੇ ਇੰਡੀਆ ਆ ਗਿਆ। ਮਤਲਬ ਜਿਹੜੇ ਐਡਵੈਂਚਰਰ ਹੈ ਉਹ ਤੇ ਕਰਦੇ ਰਹਿੰਦੇ ਆ, ਬਟ ਜਿਹੜਾ ਗੁਰੂ ਨਾਨਕ ਦੇਵ ਜੀ ਤੁਸੀਂ ਕਿਹਾ ਨਾ ਕਿ ਉਹ ਚੈਲੰਜ ਕਰਦੇ ਆ, ਤੁਸੀਂ ਜੇ ਉਹਨਾਂ ਦੀ ਇੰਟਰੈਕਸ਼ਨ ਪੜ੍ਹੋ, ਉਹ ਤੇ ਹਰ ਬੰਦੇ ਨੂੰ ਨੀਵੇਂ ਹੋ ਕੇ ਮਿਲਦੇ, ਉਹ ਕਦੇ ਕਿਸੇ ਨੂੰ ਕਹਿੰਦੇ ਨਹੀਂ ਕਿ ਹਾਂ ਵੀ ਕਿ ਮੈਂ ਤੈਨੂੰ ਦੱਸਣਾ। ਦੈਟ ਇਜ਼ ਐਕਚੁਅਲੀ ਦ ਡਿਫਰੈਂਸ, ਕਿ ਜੇ ਤੁਹਾਨੂੰ ਪਤਾ ਲੱਗਿਆ, ਉਹ ਕਹਿੰਦੇ ਸਾਡੇ ਕੋਲ ਲੋਕ ਆਣ। ਬਟ ਜਿਹੜਾ ਗੁਰੂ ਨਾਨਕ ਦੇਵ ਜੀ ਹੈ, you know, there can be many things. How can I go into the psychology? But what we see from his writing, ਜਿਵੇਂ 12 ਮਾਹ ਹੈ, it is so beautiful. ਉਹ ਪੰਜਾਬ ਦੇ ਇੱਕ ਮੌਸਮ ਨੂੰ ਡਿਫਾਈਨ ਕਰਦੇ ਹੈ। ਬਟ ਜਿਵੇਂ ਉਹ ਕਹਿੰਦੇ ਵਾਣ, ਜਿਵੇਂ ਵਾਣ ਹੁਣ ਤੇ ਪੰਜਾਬ ਵਿੱਚ ਮਿਲਦਾ ਹੀ ਨਹੀਂ। ਇਟ ਬੇਸਿਕਲੀ ਉਹ ਜਦ ਵੀ ਟਰੈਵਲ ਕਰਦੀ ਸੀ, ਆਈ ਡੋਂਟ ਨੋ ਕਿ ਵਾਣ ਇੱਕ ਹੁੰਦਾ ਕਿ ਉਹ ਟਰੀ ਜਿਹਾ ਹੁੰਦਾ, ਉਹ
ਛਾਤਾ ਜਿਹਾ ਬਣ ਜਾਂਦਾ, ਉਹਦੇ ਜਿਹੜੇ ਟਹਿਣੀਆਂ ਹੁੰਦੀਆਂ ਨਾ, ਤੇ ਉਹ ਪਹਿਲੇ ਬਹੁਤ ਹੁੰਦਾ ਸੀ। ਤੇ ਜਿਹੜਾ ਪੰਜਾਬ ਵੀ ਸੀ, ਜਿਵੇਂ ਕਹਿੰਦੇ ਗੁਰੂ ਸ਼ਿਕਾਰ ਖੇਲਣਗੇ, ਇਹ ਬਿਲਕੁਲ ਸੱਚ ਗੱਲ ਹੈ, ਕਿਉਂਕਿ ਪੰਜਾਬ ਬਹੁਤ ਸਾਰਾ ਜੰਗਲ ਹੁੰਦਾ ਸੀ ਤੇ ਇਹਦੇ 'ਚ ਬਹੁਤ ਸਾਰੇ ਸ਼ੇਰ ਵੀ ਹੁੰਦੇ ਸੀ। ਹੁਣ ਤੇ ਸਾਰਾ ਐਕਸਟਿੰਕਟ ਹੀ ਹੋ ਗਿਆ ਤੇ ਸਾਰੇ ਜੰਗਲ ਅਸੀਂ ਕੱਟਤੇ, ਬਟ ਬੇਸਿਕਲੀ ਉਹ ਜਦ ਵੀ ਟਰੈਵਲ ਕਰਦੇ, ਜਿਵੇਂ ਉਹਨਾਂ ਦੀ ਇੱਕ ਸਭ ਤੋਂ ਆਈ ਥਿੰਕ ਉਹਨਾਂ ਦਾ ਜਿਹੜਾ ਵੀ ਹੈ, ਆਈ ਥਿੰਕ ਸੈਕੰਡ ਬਿਗੇਸਟ ਹੈ ਸਿੱਧ ਗੋਸਟ। ਸਿੱਧ ਗੋਸਟ ਵਿੱਚ ਉਹ ਬੇਸਿਕਲੀ ਇੰਟਰੈਕਸ਼ਨ ਕਰਦੇ ਹੈ ਨਾਥ ਯੋਗੀਆਂ ਨਾਲ। ਐਂਡ ਐਕਚੁਅਲੀ ਇਫ ਯੂ ਸੀ, ਜਿਹੜਾ ਗੋਰਖਨਾਥ ਹੈ, ਹੁਣ ਉਹਨਾਂ ਦੀ ਪਰੰਪਰਾ ਚਲੀ ਗਈ, ਬਟ ਐਟ ਦੈਟ ਟਾਈਮ ਇਟ ਵਾਸ ਵਨ ਆਫ ਦੀ ਮੋਸਟ ਇਨਫਲੂਐਂਸ਼ੀਅਲ ਪਰੰਪਰਾ। ਜਿਹੜਾ ਅਸੀਂ ਹੀਰ ਰਾਂਝਾ ਵੀ ਕਹਿੰਦੇ ਆ, ਉਹਦੇ ਵਿੱਚ ਉਹ ਕਹਿੰਦਾ ਬਈ ਪਹਿਲਾਂ ਮੈਂ ਨਾਂ ਲੈਣਾ ਅੱਲਾ ਦੇ ਨਾਲ, ਫਿਰ ਮਤਲਬ ਮੈਂ ਮੁਹੰਮਦ ਮੀਰਾ ਦਾ ਲੈਣਾ, ਮਤਲਬ ਇਹ ਪੁੱਜ ਗਿਆ, ਵਾਰਿਸ ਸ਼ਾਹ ਨੇ ਲਿਖੀ ਹੈ, ਪਰ ਉਹਦੇ ਬਾਅਦ ਉਹ ਬਾਬੇ ਨਾਨਕ ਦਾ ਤਾਂ ਨਹੀਂ ਕਹਿੰਦਾ। ਐਂਡ ਦੈਟ ਇਜ਼ ਐਕਚੁਅਲੀ ਬੇਸਡ ਅਰਾਊਂਡ, ਲਿਖੀ ਗਈ ਹੈ 18th ਸੈਂਚੁਰੀ, ਕਹਿੰਦੇ ਸਟੋਰੀ ਹੋਈ 15th ਸੈਂਚੁਰੀ, ਜਿਹੜਾ ਗੁਰੂ ਨਾਨਕ ਦਾ ਹੀ ਟਾਈਮ ਹੈ। ਬਟ ਉਹ ਜਿਹੜਾ ਰਾਂਝਾ ਹੈ, ਉਹ ਗੁਰੂ ਗੋਰਖਨਾਥ ਦਾ ਚੇਲਾ ਬਣ ਜਾਂਦਾ ਹੈ, ਭਾਵੇਂ ਉਹ ਮੁਸਲਮਾਨ ਹੈ। ਜਿਹੜਾ ਤੁਸੀਂ ਇਹ ਵੀ ਸਾਨੂੰ ਹੀਰ ਰਾਂਝਾ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਪਹਿਲੇ ਵਾਲਾ ਪੰਜਾਬ ਸੀ, ਉਹਦੇ ਚ ਰਿਲੀਜੀਅਨ ਆਈਡੈਂਟੀਟੀ ਇੰਨੀ ਸਟਰੋਂਗ ਨਹੀਂ ਸੀ, ਕਿ ਜਿਹੜਾ ਰਾਂਝਾ ਵੀ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਹਿਲਾ ਨਾਂ ਅੱਲਾ ਦਾ ਲੈਣਾ, ਦੂਜਾ ਨਾਂ ਮੈਂ ਮੁਹੰਮਦ ਦਾ ਲੈਣਾ, ਫਿਰ ਮੈਂ ਆਪਣੇ ਮਾਪਿਓ ਦਾ ਲੈਣਾ, ਫਿਰ ਮੈਂ ਆਪਣੀ ਧਰਤੀ ਦਾ ਲੈਣਾ, ਤੇ ਉਹ ਕਹਿ ਰਿਹਾ ਕਿ ਉਹ ਮੁਸਲਮਾਨ ਹੈ। ਮੁਸਲਮਾਨ ਦਾ ਪਹਿਲਾ ਕੀ ਹੈ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह। ਪਹਿਲਾ ਮੁਸਲਮਾਨ ਦਾ ਕਹਿਣ ਦਾ ਮਤਲਬ ਹੈ ਕਲਮਾ ਕਿ ਇਹ ਇਕੱਲਾ ਹੈ ਤੇ ਮੈਂ ਮੁਹੰਮਦ ਨੂੰ ਮੰਨਣਾ। ਤੇ ਰਾਂਝਾ ਵੀ ਇਹੀ ਕਹਿ ਰਿਹਾ, ਫਿਰ ਉਹ ਕਹਿੰਦਾ ਮੈਂ ਗੁਰੂ ਗੋਰਖਨਾਥ ਦਾ ਚੇਲਾ ਹੋ ਗਿਆ। ਮਤਲਬ ਜਿਹੜੀ ਪੰਜਾਬੀ ਆਈਡੈਂਟੀਟੀ, ਤੁਸੀਂ ਗੋਰਖਨਾਥ ਦੇ ਵੀ ਚੇਲੇ ਹੋ ਸਕਦੇ ਸੀ ਤੇ ਤੁਸੀਂ ਮੁਸਲਮਾਨ ਵੀ ਹੋ ਸਕਦੇ ਸੀ। ਬਿਲਕੁਲ, ਦੈਟ ਇਜ਼ ਵਾਟ ਵੀ ਲਰਨ। ਇੱਕ ਹੋਰ ਵੀ ਕੁਐਸਚਨ ਨਿਕਲ ਕੇ ਆਉਂਦਾ ਹੈ ਕਿ ਇਹਦੇ ਵਿੱਚ ਤੁਸੀਂ ਇਹਨਾਂ ਦੀ ਜੋਗੀ ਨਾਥਾਂ ਦੀ ਗੱਲ ਕਰੀ ਹੈਗੀ ਹੈ, ਈਵਨ ਕਿ ਤੁਸੀਂ ਇਸਲਾਮਿਕ ਵਰਲਡ ਦੇ ਵਿੱਚ ਵੀ ਚਲੇ ਜਾਓ, ਤੁਸੀਂ ਮੁਸਲਿਮ ਧਰਮ ਦੇ ਵਿੱਚ ਪੁੱਛੋ, ਇਹ ਵੀ ਬੜੀ ਕਨਫਿਊਜ਼ਨ ਰਹੀ ਹੈਗੀ ਹੈ ਵੀ ਉਹ ਕਹਿੰਦੇ ਹੈਗੇ ਸੀ ਇਹ ਸਾਡਾ ਗੁਰੂ ਹੈਗਾ, ਔਰ ਹਿੰਦੂ ਕਹਿੰਦੇ ਹੈਗੇ ਨੇ ਸਾਡਾ ਗੁਰੂ ਹੈਗਾ, ਸਿੱਖ ਕਹਿੰਦੇ ਉਹ ਸਾਡਾ ਗੁਰੂ ਹੈਗਾ। ਇੱਥੇ ਵੀ ਬੜੀ ਕਨਫਿਊਜ਼ਨ, ਉਹਨੂੰ ਅਲੱਗ-ਅਲੱਗ ਨਾਮਾਂ ਦੇ ਨਾਲ ਜਿੱਥੇ ਜਿੱਥੇ ਗਏ ਹੈਗੇ ਨੇ, ਇਹ ਗੁਰੂ ਨਾਨਕ ਦੇਵ ਜੀ ਦੇ ਅਲੱਗ-ਅਲੱਗ ਨਾਂ ਹੈਗੇ ਸੀ, ਬਹੁਤ ਨਾਮਾਂ ਨਾਲ ਜਾਣਿਆ ਜਾਂਦਾ ਜੀ। ਟਰੂ, ਚਲੋ ਸੁਖੀ ਜੀ, ਇਹ ਤਾਂ ਹੁੰਦਾ ਹੀ ਹੈ, ਜਿਵੇਂ ਕਹਿੰਦੇ ਉਹ ਬੰਦੇ ਜਿਨ੍ਹਾਂ ਦੀ ਮੱਤ ਹੁੰਦੀ ਹੈ। ਬੇਸਿਕਲੀ ਗੁਰੂ ਨੇ ਤਾਂ ਸਿਖਾਇਆ ਸਾਨੂੰ ਗੁਰਮੁਖ ਹੋ, ਜਿਹੜਾ ਤੁਹਾਨੂੰ ਗਿਆਨ ਦੇ ਉਹ ਗੁਰੂ ਹੈ। ਤੇ ਇਹ ਗੁਰੂ ਗੋਰਖਨਾਥ ਨਹੀਂ ਹੋਇਆ, ਕਿਉਂਕਿ ਜਿਵੇਂ ਗੁਰੂ ਨਾਨਕ ਜੀ ਗਏ ਤਿੱਬਤ, ਤੇ ਤਿੱਬਤ ਦੀ ਪਰੰਪਰਾ ਸੀ ਕਿ ਲਾਮਾ ਹੁੰਦੇ ਆ ਉੱਥੇ, ਜਿਵੇਂ ਹੁੰਦੇ ਨਾ ਕਿ ਤਿਬਤਨ ਬੁੱਧਿਜ਼ਮ, ਤੇ ਉਹ ਵੀ ਕਹਿੰਦੇ ਬਹੁਤ ਵੱਡਾ ਲਾਮਾ ਆ ਗਿਆ। ਤੇ ਤੁਸੀਂ ਗੁਰੂ ਨਾਨਕ ਜੀ ਦਾ ਉੱਥੇ ਜਾ ਕੇ ਗੁਰਦੁਆਰਾ ਦੇਖੋ, ਜਿਹੜਾ ਤਿੱਬਤ ਉਹਨਾਂ ਨੇ ਟਰੈਵਲ ਕੀਤਾ ਹੈ, ਤੇ ਉੱਥੇ ਦੇ ਲੋਕ ਵੀ ਜਿਹੜੀ ਉਹਨਾਂ ਦੀ ਸਮਝ ਹੈ, ਉਹਨਾਂ ਨੇ ਇਹੀ ਕਿਹਾ ਕਿ ਇਹ ਬਹੁਤ ਵੱਡਾ ਲਾਮਾ ਆ ਗਿਆ, ਇਹ ਕੋਈ ਬੁੱਧ ਦਾ ਅਵਤਾਰ ਆ ਗਿਆ। ਤੇ ਜਿੰਨੀ ਲੋਕਾਂ ਦੀ ਸਮਝ ਹੈ, ਉਹ ਤੇ ਜਿਵੇਂ ਕਹਿੰਦੇ ਨਾ ਸੰਤ ਨੂੰ ਅਸੀਂ ਨਹੀਂ ਡਿਫਾਈਨ ਕਰ ਸਕਦੇ, ਤੇ ਉਹਦੇ ਲੋਕ ਸਾਰਿਆਂ ਨਾਲ ਹੀ ਹੁੰਦਾ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੇਨ ਮੈਸੇਜ ਜਿਹੜਾ ਹੈਗਾ ਸੀਗਾ, ਜਿਵੇਂ ਜੈਂਡਰ ਇਕੁਐਲਿਟੀ ਤੇ ਇਹਨਾਂ ਨੇ ਕਾਫੀ ਜ਼ੋਰ ਦਿੱਤਾ ਹੈਗਾ ਜੀ। ਹਾਂਜੀ, ਬੇਸਿਕਲੀ ਉਹ ਤੇ ਤੁਸੀਂ ਇਹ ਦੇਖੋ, ਜਿਹੜਾ ਅੱਜ ਵੀ ਕਹਿੰਦੇ ਬ੍ਰਾਹਮਣਵਾਦ, ਬੇਸਿਕਲੀ ਗੁਰੂ ਨਾਨਕ ਦੇਵ ਜੀ ਤੇ ਕਿਸੇ ਧਰਮ ਦੀ ਕਦੇ ਨਿੰਦਿਆ ਨਹੀਂ ਕੀਤੀ, ਜਿੱਥੇ ਤੱਕ ਮੈਂ ਪੜ੍ਹਿਆ। ਉਹਨਾਂ ਨੇ ਤੇ ਇਹ ਕਿਹਾ ਕਿ ਇਹ ਰਾਸਤਾ ਹੈ, ਇਸ ਰਾਸਤੇ ਨਾਲ ਬੰਦਾ ਆਸਾਨੀ ਨਾਲ ਪਹੁੰਚ ਜਾਂਦਾ। ਜਿਵੇਂ ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਿਆਜ਼ਮਾਈ, ਕਿ ਗੁਰਮੁਖ ਹੋ ਜਾਓ, ਉਹਦੇ ਵਿੱਚ ਹੀ ਨਾਥ ਹੈ, ਉਹਦੇ ਵਿੱਚ ਹੀ ਵੇਦ ਹੈ। ਕਿ ਉਹਨੇ ਨਹੀਂ ਕਿਹਾ ਇਹ ਗਲਤ ਰਾਸਤਾ ਹੈ, ਉਹਨਾਂ ਨੇ ਕਿਹਾ ਇਹ ਸਿੰਪਲਰ ਰਾਸਤਾ ਹੈ ਜਾਣ ਦਾ। ਦੈਟ ਇਜ਼ ਵਾਟ ਹੀ ਸੈਡ। ਔਰ ਸਿੰਪਲ ਰਾਸਤਾ ਬੇਸਿਕਲੀ ਇਹ ਨਹੀਂ ਕਿ ਇਹਦੀ ਇਹ ਪੈਡੀਗਰੀ ਹੈ, ਇਹ ਕੋਈ ਇਹ ਪਤਾ ਨਹੀਂ ਬਹੁਤ ਵੱਡੀ ਹੈ ਪਰੰਪਰਾ ਤੋਂ ਆਇਆ ਹੈ, ਇਹ ਕੋਈ ਲੈਂਗੁਏਜ ਬੋਲ ਰਿਹਾ ਹੈ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ, ਤੇ ਮੰਨ ਲਓ। ਉਹ ਤੇ ਹਮੇਸ਼ਾ ਲੌਜਿਕ ਦੀ ਗੱਲ ਕਰਦੇ ਕਿ ਜਿਵੇਂ ਕੋਈ ਸੂਰਜ ਨੂੰ ਅਰਕ ਚੜਾ ਰਿਹਾ ਹੈ, ਤੇ ਉਹਨਾਂ ਨੇ ਕਿਹਾ ਜੇ ਸੂਰਜ ਨੂੰ ਚੜਦਾ ਤੇ ਮੇਰੇ ਪਿੰਡਾਂ ਨੂੰ ਚੜ ਜਾਏਗਾ ਪੰਜਾਬ ਵਿੱਚ। ਉਹ ਤੇ ਇਸ ਲੌਜਿਕ ਦੀ ਗੱਲ ਕਰਦੇ। ਜੇ ਕੋਈ ਇਹ ਤੁਸੀਂ ਮਿੱਥਿਆ ਕਹਿ ਲਓ ਜਾਂ ਕੀ ਕਹਿ ਲਓ, ਜੇ ਉਹਨਾਂ ਦੀ ਸਟੋਰੀ ਆਉਂਦੀ, ਜਿਵੇਂ ਉਹ ਕਾਬਾ ਜਾਂਦੇ ਆ ਤੇ ਉਹ ਪੈਰ ਕਰਦੇ ਆ ਕਾਬੇ ਵੱਲ, ਤੇ ਕੋਈ ਉਹਨਾਂ ਦੇ ਪੈਰ ਮੁੜਦਾ ਤੇ ਕਾਬਾ ਮੁੜ ਜਾਂਦਾ। ਹੁਣ ਤੇ ਅਸੀਂ ਤੁਸੀਂ ਗੁਰਦੁਆਰੇ ਜਾਓ, ਉੱਥੇ ਧੱਕੇ ਮਾਰਦੇ ਨੇ ਕਿ ਇਸ ਤਰ੍ਹਾਂ ਪੈਰ ਨਾ ਕਰੋ, ਉਸ ਤਰ੍ਹਾਂ ਪੈਰ ਨਾ ਕਰੋ। ਉਹਨਾਂ ਦਾ ਬੇਸਿਕਲੀ ਜੇ ਤੁਸੀਂ ਪੜ੍ਹੋ ਤੇ ਆਰਗੇਨਾਈਜ਼ਡ ਰਿਲੀਜਨ ਦੇ ਖਿਲਾਫ ਹੀ। ਉਹਨਾਂ ਨੇ ਕਿਹਾ ਐਟ ਅ ਹਿਊਮਨ ਲੈਵਲ ਯੂ ਹੈਵ ਟੂ ਕਨੈਕਟ ਵਿਦ ਗੋਡ। ਔਰ ਅੱਛਾ, ਤੁਸੀਂ ਮੈਨੂੰ ਇੱਕ ਬਹੁਤ ਵਧੀਆ ਗੱਲ ਯਾਦ ਕਰਾਈ, ਜਿਵੇਂ ਕਿਉਂਕਿ ਉਹਨਾਂ ਨੇ ਜਿਹੜਾ ਵੇਦਾਂਤਿਕ ਗਿਆਨ ਹੈ, ਇਸ ਲਈ ਇੱਕ ਮੈਂ ਤੁਹਾਨੂੰ ਦੋ ਰੈਫਰੈਂਸ, ਜੇ ਤੁਹਾਡੀ ਆਡੀਅנס ਹੈ ਉਹਨਾਂ ਨੂੰ ਕਹਾਂਗਾ, ਜੇ ਤੁਸੀਂ ਸਮਝਣਾ ਹੈ ਕਿ ਮੇਰੇ ਸਾਹਮਣੇ ਸਭ ਤੋਂ ਵੱਡੇ ਸਕਾਲਰ ਨੇ ਜਿਹੜਾ ਨੇ ਵੇਦਾਂ ਨੂੰ ਵੀ ਸਮਝਿਆ ਤੇ ਗੁਰਬਾਣੀ ਨੂੰ ਵੀ ਸਮਝਿਆ, ਪ੍ਰੋਫੈਸਰ ਜਗਬੀਰ ਸਿੰਘ, ਜਿਨ੍ਹਾਂ ਨੂੰ ਮੈਂ ਇੱਕ ਤਰ੍ਹਾਂ ਦਾ ਆਪਣਾ ਗੁਰੂ ਮੰਨਦਾ। ਬਟ ਜਿਵੇਂ ਆਈ ਥਿੰਕ ਉਹ ਦਿੱਲੀ ਨੇ, ਦਿੱਲੀ ਦੇ ਪ੍ਰੋਫੈਸਰ ਨੇ। ਤੇ ਉਹ ਜਿਹੜੇ ਪ੍ਰੋਫੈਸਰ ਕੀ ਮਤਲਬ ਉਹ ਬਿਲਕੁਲ ਜਿਹੜਾ ਹੈ ਕਿ ਪੰਜਾਬੀ ਭਾਸ਼ਾ, ਜਿਵੇਂ ਅਸੀਂ ਕਹਿੰਦੇ ਹਾਂ ਕਿ
ਸ਼ੁਰੂ ਹੁੰਦਾ, ਮੂਲ ਮੰਤਰ ਸ਼ੁਰੂ ਹੁੰਦਾ ਕਿ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਹਾਂਜੀ, ਸੈਭੰ ਦਾ ਮਤਲਬ ਕੀ ਹੋਇਆ? ਸੈਭੰ ਦਾ ਸੰਸਕ੍ਰਿਤ ਦਾ ਮਤਲਬ ਹੈ ਸਵਯੰਭੂ। ਉਹਨੂੰ ਨਾਰਮਲ ਪੰਜਾਬੀ ਚ ਕਹਿਤਾ ਸੈਭੰ। ਤੇ ਉਹ ਤੇ ਉਹਨਾਂ ਨੇ ਬੇਸਿਕਲੀ ਜਿਹੜਾ ਗਿਆਨ ਸੀ ਉਹਨੂੰ ਨਾਰਮਲ ਬੰਦੇ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਤੂੰ ਆਪਣੀ ਅਕਲ ਲਗਾ, ਮਤਲਬ ਜਿਹੜਾ ਹੈ ਵੇ ਉਹ ਕਿਸੇ ਨੂੰ ਉਹਨਾਂ ਨੇ ਗਾਲ ਨਹੀਂ ਕੱਢੀ ਜਾਂ ਉਹਨਾਂ ਨੂੰ ਕਿਸੇ ਨੂੰ ਗਲਤ ਨਹੀਂ ਕਿਹਾ। ਉਹਨਾਂ ਨੇ ਕਿਹਾ ਤੁਹਾਡਾ ਰਾਸਤਾ ਠੀਕ ਹੈ, ਬਟ ਦਿਸ ਇਜ਼ ਦਾ। ਔਰ ਜਿਹੜੀ ਵਨ ਮੋਰ ਥਿੰਗ ਜਿਹੜਾ ਗੁਰੂ ਨਾਨਕ ਦਾ ਮੇਕਸ ਵੈਰੀ ਸਪੈਸ਼ਲ ਇਜ਼ ਕਿ ਜਿਹੜਾ ਵਿਦਾਂਤਿਕ ਗਿਆਨ ਹੈ ਉਹਦਾ ਦਰਸ਼ਨ ਹੈ ਕਿ ਇੱਕ ਦ੍ਰਿਸ਼ਟਾ ਹੈ, ਕਿ ਦੇਖਣ ਵਾਲਾ ਹੈ, ਇੱਕ ਦ੍ਰਿਸ਼ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਤੇ ਉਹ ਕਹਿੰਦੇ ਇੱਕ ਅਵਸਥਾ ਹੁੰਦੀ ਹੈ ਸਾਖੀ ਦੀ, ਜਿੱਥੇ ਤੁਸੀਂ ਦ੍ਰਿਸ਼ ਤੇ ਦ੍ਰਿਸ਼ਟਾ ਦੋਨੋਂ ਨੂੰ ਦੇਖਦੇ ਹੋ। ਜਿਵੇਂ ਮੈਂ ਤੁਹਾਨੂੰ ਦੇਖ ਰਿਹਾ ਨਾ, ਕਿ ਇੱਕ ਅਵਸਥਾ ਹੋ ਜਾਏ ਕਿ ਮੈਂ ਆਪਣੇ ਆਪ ਨੂੰ ਵੀ ਦੇਖ ਸਕਾਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਫੋਕਸ ਕਿਹਦੇ ਹੈ? ਆਈ ਤੇ ਉੱਤੇ ਹੈ, ਵਿਜ਼ਨ ਦੇ ਉੱਤੇ, ਰਾਈਟ। ਤੇ ਜਿਹੜਾ ਜਿਵੇਂ ਜੈਨ ਮਤ ਹੈ, ਜੈਨ ਮਤ ਵਿੱਚ ਕਹਿੰਦੇ ਕਿ ਸ਼ਰਾਵਕ ਹੁੰਦਾ ਹੈ, ਜਿਹੜਾ ਸ਼ੁਰੂ ਹੁੰਦਾ ਨਾ, ਸਭ ਤੋਂ ਪਹਿਲੇ ਜਿਹੜਾ ਬੱਚਾ ਸ਼ੁਰੂ ਹੁੰਦਾ ਜਿਹਦੀ ਟ੍ਰੇਨਿੰਗ ਹੁੰਦੀ ਹੈ ਉਹਨੂੰ ਸ਼ਰਾਵਕ ਕਹਿੰਦੇ। ਸ਼ਰਾਵਕ ਦਾ ਮਤਲਬ ਕੀ ਹੈ? ਸੁਣਨ ਵਾਲਾ, ਰਾਈਟ। ਬਟ ਬਾਅਦ ਵਿੱਚ ਜਿਹੜਾ ਹੋ ਜਾਂਦਾ ਉਹ ਕਹਿੰਦੇ ਕੀ ਕਹਿੰਦੇ ਮੁਨੀ ਕਹਿੰਦੇ। ਮੁਨੀ ਮਤਲਬ ਜਿਹੜਾ ਜਿਹਨੂੰ ਮੋਹਨ ਪ੍ਰਾਪਤ ਹੋ ਗਿਆ। ਤੇ ਗੁਰੂ ਨਾਨਕ ਦੀ ਜਿਹੜੀ ਹੈ, ਜਿਹੜਾ ਤੁਸੀਂ ਪੜ੍ਹੋ ਕਿ ਉਹ ਨਏ ਨਏ ਕਨਸੈਪਟ ਦਿੰਦੇ, ਜਿਹਨੇ ਕੀ ਕਹਿੰਦੇ ਹੁਕਮ, ਜਿਵੇਂ ਉਹ ਕਹਿੰਦੇ ਆ। ਇੱਕ ਉਹਨਾਂ ਨੇ ਸੁਰਤੀ ਦਾ ਕਨਸੈਪਟ ਦਿੱਤਾ, ਜਿਵੇਂ ਇਸ ਤੋਂ ਪਹਿਲੇ ਨਹੀਂ ਸੀ, ਕਿ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਅਲਰਟ ਹੋ ਜਾਓ ਤੇ ਇੱਕ ਸੁਰਤੀ ਹੁੰਦੀ ਹੈ। ਬਟ ਯੂ ਨੋ ਦੈਟ ਇਜ਼ ਅ ਰਿਲੀਜੀਅਸ ਥਿੰਗ। ਮੇਰੇ ਕੋਲ ਕੋਈ ਮੈਂ ਥੋੜਾ ਮੈਡੀਟੇਟ ਕਰਨਾ, ਮੇਰੇ ਕੋਲ ਰਿਲੀਜੀਅਸ ਐਕਸਪੀਰੀਅੰਸ ਹੈ ਨਹੀਂ ਕਿ ਜਿਹਦੇ ਚ ਮੈਂ ਰਹਿਣਾ ਹੈ, ਤੇ ਮੈਂ ਇਹ ਅੰਦਾਜ਼ੇ ਵਾਲੀ ਗੱਲ ਹੋ ਜਾਂਦੀ ਹੈ ਤੇ ਉਹਦੇ ਚ ਮੈਂ ਜਾਵਾਂਗਾ ਨਹੀਂ। ਬਟ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਬਾਰ-ਬਾਰ ਮੈਸੇਜ ਹੈ, ਉਹ ਕਹਿੰਦੇ ਸੁਣੋ। ਜਿਹੜਾ ਜਪਜੀ ਸਾਹਿਬ ਹੈ, ਚਾਹੇ ਤੁਹਾਨੂੰ ਸਮਝ ਆਏ ਨਾ ਆਏ, ਤੁਹਾਨੂੰ ਪੌੜੀਆਂ ਹੋਣਗੀਆਂ, ਕਹਿੰਦੇ ਸੁਣੀਏ ਸਿੱਧ ਪੀੜ ਸੁਣਨਾ, ਸੁਣੀਏ ਤਰਤ ਤਲਬ। ਤੇ ਉਹਨਾਂ ਦਾ ਬਾਰ-ਬਾਰ ਫੋਕਸ ਹੈ ਕਿ ਜੇ ਬੰਦੇ ਤੂੰ ਸੁਣ। ਜਿੰਨਾ ਮੈਂ ਦੇਖਣਾ ਕਿ ਜਿੰਨਾ ਕੋਈ ਨਹੀਂ ਸੁਣ ਸਕਦਾ ਉਹ ਪੰਜਾਬੀ ਹੈ। ਉਹ ਬੋਲਣਾ ਚਾਹੁੰਦੇ, ਤੁਹਾਡੇ ਨਾਲ ਕੋਈ ਗੱਲ ਵੀ ਕਰ ਰਿਹਾ ਤੇ ਉਹ ਆਪਣੀ ਟਰਨ ਵਾਸਤੇ ਵੇਟ ਕਰੇ ਕਿ ਮੈਂ ਬੋਲਾਂ। ਤੇ ਗੁਰੂ ਨਾਨਕ ਦੇਵ ਜੀ ਦਾ ਇਹ ਵੇ ਕਿ ਬੇਸਿਕਲੀ ਜਿਵੇਂ ਉਹ ਕਹਿੰਦੇ ਨਾ ਕਿ ਚੁੱਪੇ ਚੁੱਪ ਨਾ, ਕਿ ਤੂੰ ਸੁਣੋ ਤੇ ਤੁਹਾਨੂੰ ਗਿਆਨ ਹੋ ਜਾਏਗਾ। ਇਸ ਕਰਕੇ ਜਿਹੜਾ ਅਸੀਂ ਸਾਡੇ ਕੋਲ ਗ੍ਰੰਥ ਤੇ ਹੈ, ਬਟ ਜਿਵੇਂ ਤੁਸੀਂ ਦੂਜੇ ਗ੍ਰੰਥਾਂ ਨਾਲ ਕੰਪੇਅਰ ਕਰੋ, ਜਿਵੇਂ ਬਾਈਬਲ ਹੈ ਜਾਂ ਤੁਰਾ ਹੈ ਜਾਂ ਕੁਰਾਨ ਹੈ, ਦੇ ਬੇਸਿਕਲੀ ਆਰ ਸਟੋਰੀਜ਼ ਕਿ ਇਹ ਪੈਗੰਬਰ ਆਏ, ਉਹਨਾਂ ਨਾਲ ਇਹ ਹੋਇਆ। ਇਹਦੇ ਉੱਤੇ ਕੋਈ ਸਟੋਰੀ ਨਹੀਂ। ਇਹਦੇ ਵਿੱਚ ਤੇ ਬੇਸਿਕਲੀ ਤੁਸੀਂ ਕਵਿਤਾਵਾਂ ਨਹੀਂ, ਤੁਸੀਂ ਭਜਨ, ਮਤਲਬ ਰਿਦਮ ਨਹੀਂ, ਮਤਲਬ ਜਿਹੜਾ ਗਾਣ ਵਾਸਤੇ, ਉਹਨੂੰ ਕੋਈ ਫਿਲਾਸਫੀ ਵਕਣ ਪੜ੍ਹਨ ਵਾਸਤੇ ਨਹੀਂ ਹੈ। ਜਿਹੜਾ ਬਾਈਬਲ ਹੈ, ਬਾਈਬਲ ਤੇ ਹਰ ਬੰਦਾ ਨਾਲ ਪੜ੍ਹੀ ਜਾਂਦਾ, ਅੱਛਾ ਇਹਦਾ ਮਤਲਬ ਹੈ, ਉਹਦਾ ਰੈਫਰੈਂਸ ਹੈ, ਇਹਦਾ ਮਤਲਬ ਹੈ। ਜਿਹੜਾ ਗ੍ਰੰਥ ਹੈ ਉਹ ਰਾਗਾਂ 'ਚ ਬਟਿਆ ਹੋਇਆ ਹੈ। ਉਹਦੇ 'ਚ ਇਹ ਨਹੀਂ ਕਿ ਇਹਨੇ ਕਿਸ ਨੇ ਪਹਿਲੇ ਕਿਹਾ ਕਿ ਕਿਸ ਨੇ ਬਾਅਦ ਵਿੱਚ ਕਿਹਾ, ਉਹ ਕਿਸ ਰਾਗ ਵਿੱਚ ਕਿਹੜਾ ਸ਼ਬਦ ਲਿਖਿਆ ਜਾਏਗਾ ਉਸ ਤਰ੍ਹਾਂ ਬਣਿਆ ਹੋਇਆ। ਇਸ ਕਰਕੇ ਜਿਹੜਾ ਕਿ ਐਂਡ ਦੈਟ ਇਜ਼ ਸੋ ਬਿਊਟੀਫੁਲ, ਕਿਉਂਕਿ ਜਿਹੜਾ ਉਹਦੇ ਕੋਲ ਕੋਈ ਪ੍ਰਸ਼ਨ ਵੀ ਪੁੱਛਦਾ ਸੀ, ਜਿਵੇਂ ਕੋਈ ਮਹਾਵੀਰ ਕੋਲ ਕੋਈ ਪ੍ਰਸ਼ਨ ਪੁੱਛਦਾ ਹੈ ਤੇ ਉਹ ਬਿਲਕੁਲ ਲੌਜੀਕਲ ਜਵਾਬ ਦਿੰਦੇ ਕਿ ਇਹਨੂੰ ਇਸ ਕੰਟੈਕਸਟ 'ਚ ਦੇਖੋ, ਇਹਨੂੰ ਇਸ ਕੰਟੈਕਸਟ 'ਚ ਦੇਖੋ। ਤੇ ਬਹੁਤ ਸਾਰੇ ਕੰਟੈਕਸਟ ਹੁੰਦੇ ਨੇ ਤੇ ਸਭ ਤੇ ਉਸ ਤੋਂ ਪਾਰ ਹੁੰਦਾ, ਰਾਈਟ। ਤੇ ਗੁਰੂ ਨਾਨਕ ਤੇ ਕਹਿੰਦੇ ਮਰਦਾਨਾ ਤੂੰ ਰਬਾਬ ਛੇੜਨਾ ਸ਼ੁਰੂ ਕਰ ਤੇ ਮੈਂ ਗਾਣਾ ਗਾਣਾ ਸ਼ੁਰੂ ਕਰਨਾ। ਤੇ ਮਿਊਜ਼ਿਕ ਵਿੱਚ ਦਿਸ ਇਜ਼ ਵੈਰੀ ਸਪੈਸ਼ਲ ਅਬਾਊਟ ਸਿੱਖੀਜ਼ਮ, ਕਿ ਮਿਊਜ਼ਿਕ ਵਿੱਚ ਬਹੁਤ ਜ਼ੋਰ ਦਿੱਤਾ ਹੋਇਆ। ਤੇ ਆਈ ਥਿੰਕ ਜੇ ਤੁਸੀਂ, ਮੈਂ ਕੋਈ ਬਣਿਆ ਨਹੀਂ ਤੇ ਮੈਨੂੰ ਨਹੀਂ ਪਤਾ, ਬਟ ਜਿਵੇਂ ਤੁਸੀਂ ਮੰਨ ਲਓ ਕਿ ਤੁਹਾਨੂੰ ਜੂਇਸ਼ ਦਾ ਤੁਸੀਂ ਪਾਦਰੀ ਟਾਈਪ ਬਣਨਾ ਹੈ ਤੇ ਤੁਹਾਨੂੰ ਬਹੁਤ ਸਾਲ ਫਿਲਾਸਫੀ ਐਂਡ ਰੈਟਰੀ ਉਹ ਕੀ ਕਹਿੰਦੇ ਉਹਨਾਂ ਨੂੰ ਪੜ੍ਹਨਾ ਪੈਂਦਾ, ਕਿਉਂਕਿ ਉਹਨਾਂ ਦਾ ਬਹੁਤ ਇੰਟੈਲੈਕਚੁਅਲ ਟ੍ਰੈਡੀਸ਼ਨ ਹੈ। ਬਟ ਜੇ ਤੁਸੀਂ ਸਿੱਖ ਗ੍ਰੰਥੀ ਬਣਨਾ ਹੈ, ਡੀਜੇ ਪੜ੍ਹਨਾ ਹੈ, ਤੇ ਤੁਹਾਨੂੰ ਮਿਊਜ਼ਿਕ ਸਿੱਖਣਾ ਪੈਂਦਾ ਕਿ ਜਿਹੜੇ ਸ਼ਬਦ ਨੇ ਉਹ ਰਾਗਾਂ ਜਗਾਏ ਜਾ ਸਕਦੇ। ਤੇ ਇਸ ਕਰਕੇ ਵੀ ਜਿਹੜਾ ਸਮਝਿਆ ਹੈ ਕਿ ਤੁਹਾਨੂੰ ਤੁਸੀਂ ਗੁਰਦੁਆਰੇ ਜਾਓ ਤੁਹਾਨੂੰ ਸ਼ਾਂਤੀ ਮਿਲਦੀ, ਤੁਸੀਂ ਸਿੱਖ ਨਾ ਵੀ ਹੋ ਸ਼ਾਂਤੀ ਮਿਲਦੀ ਹੈ, ਕਿਉਂਕਿ ਉਹ ਮਿਊਜ਼ਿਕ ਇਸ ਤਰ੍ਹਾਂ ਕੇ ਦਾ ਇਵੋਲਵ ਕੀਤਾ ਹੋਇਆ। ਸੋ ਦੈਟ ਇਜ਼ ਆਲਸੋ ਮੇਕਸ ਨਾਨਕ ਸਮਥਿੰਗ ਵੈਰੀ ਸਪੈਸ਼ਲ, ਕਿ ਆਫ ਆਲ ਦ ਸੇਂਟਸ, ਕਿ ਜਿਵੇਂ ਪਹਿਲੀ ਇੱਕ ਕੀ ਕਹਿੰਦੇ ਆਪਣਾ ਯੋਗਾ ਦੇ ਉੱਤੇ ਬੁੱਕ ਹੈ ਉਹ ਨਾਥਾਂ ਦੀ ਲਿਖੀ ਹੋਈ ਹੈ। ਤੇ ਜਿਹੜਾ ਬੁੱਧ ਧਰਮ ਹੈ ਇਟ ਇਜ਼ ਵੈਰੀ ਇੰਟੈਲੈਕਚੁਅਲ, ਜਿਹੜਾ ਇੰਡੀਆ ਦੇ ਬਾਹਰ ਫੈਲਿਆ, ਤੇ ਜਿਹੜੇ ਵੈਸਟ ਦੇ ਵੀ ਇੰਟੈਲੈਕਚੁਅਲ ਲੋਕ ਨੇ ਜਿਹੜੇ ਕਨਵਰਟ ਹੁੰਦੇ ਸਭ ਤੋਂ ਜ਼ਿਆਦਾ ਬੁੱਧਿਜ਼ਮ ਤੋਂ ਹੁੰਦੇ। ਜਿਹੜਾ ਤੁਸੀਂ ਜਾਓ ਆਪਣਾ ਪੁਰਾਣੇ ਮੰਦਿਰ ਦੇਖੋ, ਜਿਹੜੇ ਸਭ ਤੋਂ ਬਿਊਟੀਫੁਲ ਬਣੇ ਹੋਏ ਹੈ, ਜਿਨ੍ਹਾਂ 'ਚ ਡੀਪ ਡਿਜ਼ਾਈਨ ਹੈ, ਉਹ ਜੈਨ ਨੇ। ਬਟ ਸਿੱਖੀਜ਼ਮ ਵਿੱਚ ਮਿਊਜ਼ਿਕ ਹੈ ਕਿ ਕਿੱਥੇ ਦਾ ਵੀ ਆ ਜਾਏ, ਚਾਹੇ ਉਹ ਰੱਬ ਨੂੰ ਨਹੀਂ ਵੀ ਮੰਨਦਾ, ਉਹਦੇ ਦਿਲ ਨੂੰ ਸਕੂਨ ਮਿਲਦਾ। So you get to a religious experience through music, and that is original contribution of Guru Nanak and Sikhism.